ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਉਸਦਾ ਉਹ ਹੈ ਪਰਮਾਤਮਾ ਦਾ ਨਿਰਗੁਣ ਤੇ ਸਰਗੁਣ ਸਰੂਪ। ਔਰ ਉਸ ਨਾਲ ਅਸੀਂ ਬਾਣੀ ਦੀ ਇੱਕ ਬੜੀ ਖੂਬਸੂਰਤ ਫੁਰਮਾਨ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਇਸ ਬਾਣੀ ਦੇ ਵਿੱਚ ਹੀ ਨਿਰਗੁਣ ਤੇ ਸਰਗੁਣ ਦੋਨਾਂ ਸਰੂਪਾਂ ਦੀ ਗੱਲ ਜੇ ਬੜੀ ਸਪਸ਼ਟ ਤੌਰ ਤੇ ਗੁਰੂ ਸਾਹਿਬ ਨੇ ਜੋ ਹੈ ਉਹ ਸਾਡੇ ਸਾਹਮਣੇ ਸਪਸ਼ਟ ਕੀਤਾ ਹੈਗਾ। ਤਾਂ ਮੈਂ ਅਗਰ ਇਸ ਨੂੰ ਸ਼ੁਰੂ ਕਰਾਂ ਅੱਜ ਦੇ ਵਿਸ਼ੇ ਨੂੰ, ਤਾਂ ਜਿਸ ਦਿਨ ਤੇ ਮਨੁੱਖ ਨੇ ਇਸ ਧਰਤੀ ਤੇ ਜਨਮ ਲਿਆ ਉਸ ਦਿਨ ਤੋਂ ਹੀ ਪਰਮਾਤਮਾ ਦੀ ਹੋਂਦ ਜਾਂ ਅਨਹੋਂਦ ਦੀ ਨੂੰ ਜਿਹੜੀ ਉਹਦਾ ਇਹ ਵਿਸ਼ਾ ਬਣਿਆ ਰਿਹਾ ਕਿ ਪਰਮਾਤਮਾ ਹੈ ਜਾਂ ਨਹੀਂ ਹੈ। ਕੁਝ ਵਿਚਾਰਕ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦੇ ਤੇ ਕੁਝ ਇਸ ਦੀ ਹੋਂਦ ਤੋਂ ਇਨਕਾਰ ਵੀ ਕਰਦੇ ਰਹੇ। ਜੋ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰਦੇ ਨੇ ਉਹਨਾਂ ਨੂੰ ਈਸ਼ਵਰਵਾਦੀ ਜਾਂ ਇੰਗਲਿਸ਼ ਵਿੱਚ ਥੀਸਟ ਕਹਿੰਦੇ ਨੇ, ਔਰ ਜਿਹੜੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੇ ਉਹਨਾਂ ਨੂੰ ਐਥੀਸਟ ਕਹਿੰਦੇ ਨੇ। ਗੁਰਮਤ ਨੂੰ ਸਮਝਣ ਲਈ ਜਾਂ ਸਿੱਖੀ ਨੂੰ ਸਮਝਣ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ ਜਾਂ ਸਿੱਖੀ ਦੇ ਮਾਰਗ ਦੇ ਵਿੱਚ ਜਿਹੜੀ ਹੈ ਇਹ ਪਰਮਾਤਮਾ ਦੀ ਅਕਾਲ ਪੁਰਖ ਦੀ ਕੀ ਡੈਫੀਨੇਸ਼ਨ ਹੈ, ਉਸ ਬਾਰੇ ਕੀ ਅਨੁਮਾਨ ਕੀ ਹੈ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਗਰ ਸਮਝਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਅਨੁਸਾਰ ਪਰਮਾਤਮਾ ਦਾ ਸਰੂਪ ਕੀ ਹੈ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਵਾਟ ਇਜ਼ ਗੋਡ। ਤਾਂ ਇਸ ਬਾਰੇ ਮੈਂ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਪਰਮਾਤਮਾ ਦਾ ਸਰੂਪ ਕੀ ਹੈ। ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਪਰਮਾਤਮਾ ਬਾਰੇ ਅਲੱਗ-ਅਲੱਗ ਵਿਚਾਰ ਸਨ, ਵੱਖਰੇ ਵੱਖਰੇ ਖਿਆਲ ਪ੍ਰਚਲਿਤ ਸਨ। ਇੱਕ ਪਾਸੇ ਤਾਂ ਉਹ ਵਿਦਵਾਨ ਅਤੇ ਵਿਚਾਰਵੰਤ ਸਨ ਜਿਨ੍ਹਾਂ ਦਾ ਵਿਸ਼ਵਾਸ ਇਹ ਸੀ ਕਿ ਪਰਮਾਤਮਾ ਇੱਕ ਵੱਖਰੀ ਹਸਤੀ ਹੈ, ਉਹ ਇਸ ਸ੍ਰਿਸ਼ਟੀ ਤੋਂ ਕਿੱਥੇ ਲੰਬੇ ਹੈ, ਇਸ ਲਈ ਇਹ ਸ੍ਰਿਸ਼ਟੀ, ਇਹ ਸੰਸਾਰ ਜਿਹੜਾ ਇਹ ਮਿਥਿਆ ਹੈ, ਇਹ ਮਾਇਆ ਹੈ, ਇਹ ਭਰਮ ਹੈ। ਇਸੇ ਲਈ ਸੰਸਾਰ ਛੱਡਣ ਦੀਆਂ ਗੱਲਾਂ ਚੱਲੀਆਂ ਸਾਡੇ ਇਸ ਦੇਸ਼ ਵਿੱਚ, ਤਿਆਗਵਾਦ ਦੀ ਗੱਲ ਜਿਹੜੀ ਆਈ। ਔਰ ਇਸੇ ਤਰ੍ਹਾਂ ਦੂਸਰੇ ਪਾਸੇ ਲੋਕਾਂ ਦਾ ਵਿਸ਼ਵਾਸ ਇਹ ਸੀ ਕਿ ਪਰਮਾਤਮਾ ਇੱਕ ਆਜ਼ਾਦ ਮਨਮਾਨੀ ਕਰਨ ਵਾਲਾ ਹਾਕਮ ਹੈ ਔਰ ਉਹ ਦੇਵੀ ਦੇਵਤਿਆਂ ਰਾਹੀਂ ਇਹ ਸ੍ਰਿਸ਼ਟੀ ਨੂੰ ਚਲਾ ਰਿਹਾ, ਉਹ ਸਾਰਾ ਕੰਟਰੋਲ ਕਰ ਰਿਹਾ। ਪਰ ਸਿੱਖੀ ਵਿੱਚ ਪਰਮਾਤਮਾ ਨੂੰ ਦੋ ਰੂਪਾਂ ਵਿੱਚ ਕਥਨ ਕੀਤਾ ਗਿਆ। ਗੁਰੂ ਨਾਨਕ ਸਾਹਿਬ ਨੇ ਇਸ ਨੂੰ ਦੋ ਰੂਪਾਂ ਵਿੱਚ ਵੇਖਿਆ। ਇੱਕ ਤਾਂ ਆਪਣੇ ਸੰਬੰਧ ਵਿੱਚ ਆਪ ਜੋ ਮਨ ਬਾਣੀ ਤੋਂ ਪਰੇ ਹੈ ਅਤੇ ਜਿਸ ਨੂੰ ਅਸੀਂ ਨਿਰਗੁਣ ਵੀ ਕਹਿ ਸਕਦੇ ਹਾਂ। ਜਦ ਸ੍ਰਿਸ਼ਟੀ ਹੋਂਦ ਵਿੱਚ ਆਈ ਪਰਮਾਤਮਾ ਨਿਰਗੁਣ ਰੂਪ ਵਿੱਚ ਸੀ। ਜਦੋਂ ਕਹਿੰਦੇ ਨਾ ਆਦ ਸੱਚ, ਤਾਂ ਆਦ ਸੱਚ ਹੈ, ਇਹਦਾ ਮਤਲਬ ਇਹ ਹੀ ਹੈ ਕਿ ਜਦੋਂ ਟਾਈਮ ਅਜੇ ਸ਼ੁਰੂ ਹੀ ਨਹੀਂ ਹੋਈ ਸੀ, ਜਦੋਂ ਯੁਗਾਂ ਦਾ ਸ਼ੁਰੂਆਤ ਹੀ ਨਹੀਂ ਹੋਈ ਸੀ, ਜਦੋਂ ਦੰਦੋਦਾਰ ਆਕਾਰ ਸੀ, ਜਦੋਂ ਸ਼ੂਨੇ ਵਿੱਚ ਸਾਰਾ ਕੁਝ ਸੀਗਾ। ਪਰ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਰਚ ਕੇ ਆਪਣਾ ਪ੍ਰਕਾਸ਼ ਕੀਤਾ ਤਾਂ ਸਰਗੁਣ ਰੂਪ ਹੋ ਕੇ ਜੋ ਹੈ ਉਹ ਵਿਚਰਨ ਲੱਗਾ। ਇਹ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ ਪਰਮਾਤਮਾ ਬਾਰੇ। ਨਿਰਗੁਣ ਸਰੂਪ ਨੂੰ ਤਾਂ ਅਸੀਂ ਕੋਈ ਭਾਵ ਉਹਦਾ ਨਹੀਂ ਸਮਝ ਸਕਦੇ, ਉਸ ਵਿੱਚ ਮਨ ਵਿੱਚ ਉਹਨੂੰ ਨਹੀਂ ਲਿਆ ਸਕਦੇ, ਕਿਉਂਕਿ ਇਸ ਇੱਕ ਨਿਰਗੁਣ ਪਰਮਾਤਮਾ ਨਾਲ ਸਾਡਾ ਕੋਈ ਸੰਬੰਧ ਬਣ ਨਹੀਂ ਸਕਦਾ। ਨਿਰਗੁਣ ਪਰਮਾਤਮਾ ਭਾਵ ਪਰਮ ਹਸਤੀ ਨੂੰ ਸਮਝ ਸਕਣਾ ਮਨੁੱਖ ਦੀ ਸੂਝ ਦੇ ਵੱਸ ਹੀ ਨਹੀਂ ਹੈ। ਲੱਖ ਸਿਆਣਪਾਂ ਹੋਣ ਦੇ ਬਾਵਜੂਦ ਉਹ ਨਿਰਾਕਾਰ ਮਨੁੱਖੀ ਸੋਚ ਤੋਂ ਬਾਹਰ ਹੈ। ਸੋਚ ਉੱਥੇ ਜਾ ਹੀ ਨਹੀਂ ਸਕਦੀ, ਉਹ ਮਨੁੱਖੀ ਸੋਚ ਸ਼ਕਤੀ ਦੀ ਸੀਮਾ ਤੋਂ ਪਰੇ ਹੈ। ਨਾ ਹੀ ਉਸ ਨਿਰਾਕਾਰ ਨੂੰ ਸ਼ਬਦਾਂ ਵਿੱਚ ਕਥਿਆ ਜਾ ਸਕਦਾ ਹੈ। ਇਸ ਬਾਰੇ ਵੀ ਬਾਣੀ ਨੇ ਸਾਨੂੰ ਬੜਾ ਸਪਸ਼ਟ ਕੀਤਾ ਹੈ, ਤਾਂ ਕਿ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਉਸ ਦੀ ਵਡਿਆਈ ਕੋਈ ਨਹੀਂ ਜਾਣ ਸਕਿਆ, ਉਸ ਦੀ ਵਡਿਆਈ ਕੇਵਲ ਉਹ ਆਪ ਹੀ ਜਾਣਦਾ ਹੈ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਤਾਂ ਗੁਰੂ ਨਾਨਕ ਸਾਹਿਬ ਦੀ ਜਿੰਨੀ ਵਿਚਾਰਧਾਰਾ ਹੈ ਇਸ ਧਾਰਨਾ ਤੋਂ ਉਪਜਦੀ ਹੈ ਕਿ ਪਰਮਾਤਮਾ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਇੱਕੋ ਇੱਕ ਸ਼ਕਤੀ ਹੈ। ਇਹ ਦ੍ਰਿਸ਼ਟਮਾਨ ਜਗਤ ਨੂੰ ਕੋਈ ਅਦ੍ਰਿਸ਼ ਸ਼ਕਤੀ ਚਲਾ ਰਹੀ ਹੈ। ਇਹ ਸੂਰਜ, ਇਹ ਚੰਨ, ਹਵਾ, ਇਹ ਦਿਨ, ਇਹ ਰਾਤ, ਇਹ ਹਵਾਰ, ਇਹ ਰੁੱਤਾਂ ਸਭ ਇੱਕ ਨਿਯਮ ਵਿੱਚ, ਇੱਕ ਡਿਸਪਲਿਨ ਦੇ ਵਿੱਚ, ਇੱਕ ਲੋਹ ਦੇ ਵਿੱਚ ਚੱਲ ਰਿਹਾ ਹੈ। ਇਹ ਸਾਰੀ ਕੁਦਰਤ ਯੂਨੀਵਰਸ ਹੈ, ਇੱਕ ਮਰਿਆਦਾ ਦੇ ਵਿੱਚ ਪਾਬੰਦ ਹੈ। ਇਸ ਵਿੱਚ ਕੋਈ ਵਿਘਨ ਨਹੀਂ, ਸਭ ਕੁਝ ਅਨੁਸ਼ਾਸਨ ਵਿੱਚ ਚੱਲ ਰਿਹਾ ਹੈ। ਤੋ ਜਿਹੜੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਹੈ, ਅਸੀਂ ਉਸ ਬਾਰੇ ਵਿਚਾਰ ਕਰਨੀ ਹੈ
ਕਿ ਜਿਹੜਾ ਪਰਮਾਤਮਾ ਨਿਰਗੁਣ ਸਰੂਪ ਹੈ ਉਹ ਅਗਮ ਹੈ, ਅਗੋਚਰ ਹੈ, ਉਸ ਤੱਕ ਪਹੁੰਚਿਆ ਵੀ ਨਹੀਂ ਜਾ ਸਕਦਾ। तो गुरु साहब अनुसार परमात्मा सर्वशक्तिमान है, वो प्यार भी करने वाला है। गुरु साहब ने परमात्मा के स्वरूप के जिवें मैं कहा पहले दो पक्ष रखे ने, और गुरु नानक पातशाह हजूर ने ईश्वर ते संसार दे संबंधां दियां व्याख्या दा वो सिद्धांत पेश किया जिस अनुसार ईश्वर ने ना सिर्फ जगत की रचना की बल्कि आप उस रचना के कण कण विच जो है समा गया। भाव ईश्वर जगत तो परे भी होंद रखता है अते जगत के अंदर भी मौजूद है। गुरु ग्रंथ साहब का जिहड़ा आगाज है एक ओंकार तो है, और उस तो बाद उहदी व्याख्या मूल मंत्र। तो गुरु साहब ने निर्गुण परमात्मा ते सरगुण परमात्मा की जिहड़ी डेफिनेशन है वो मूल मंत्र ही दे दित्ती। जिहड़ा मूल मंत्र है ये निर्गुणता ते सरगुणता का अदुੱਤੀ समर्शन है। होंद एक प्रगटावे दो, जिवें कि पहले भी किसी लैक्चर च गुरबाणी का फरमान आया और बड़ा टुकदा है, आपे रसिया आप रस आपे रावण हारा, आपे होवे चोलड़ा आपे सेज बतार। तो मैं अज का जिहड़ा ये विषय है ये निर्गुण ते सरगुण का, ये विषय जिवें मैं पहले कहा एक ओंकार का आगाज है, एक ओंकार तो, और एक ओंकार की जिहड़ी व्याख्या है निर्गुण ते सरगुण जिहड़ा न्यूमेरिकल 1 है ये निर्गुण है, ओंकार जिहड़ा है ये सरगुण है, और वो सारी दी व्याख्या जिहड़ी मूल मंत्र दी है। तो ये अज का जिहड़ा विषय है ये विषय साडे विच प्रिंसीपल नरिंदरपाल सिंह जी ने, जिन्हां ने पहले भी इत्थे एक लैक्चर कीता है, वो किसे जिहड़ी इंट्रोडक्शन दे मुताज भी नहीं ने। तो उहनां नूं मैं बेनती करदा सर कि अज दे इस विषय नूं कि परमात्मा दे जिहड़े दो स्वरूप ने निर्गुण ते सरगुण उस बारे अपनी गल करो। प्रिंसीपल सर। वाहिगुरू जी का खालसा वाहिगुरू जी की फतेह। मैं बहुत मशहूर हाँ चेयरमैन साहब का जिन्होंने इस विषय के उत्ते अपनी इंट्रोडक्शन विषय के जोड़े नुकते ने उन्होंने बड़े संखेप के अंदर ते भावपूर्ण तरीके के नाल आपने रूबरू किया है। जदों असी सरगुण ते निर्गुण स्वरूप की गल करिए तां गुरु ग्रंथ साहब के अंदर गुरमत की फिलासफी के अंदर जोड़े इस दे भाव आए ने वो भारतीय परंपरा तो थोड़े जे वखरे और निवेकले ने, ते वैसटर्न फिलासफी के भी कुछ नेड़े जा टुकते हैं। जदों असी गल करिए कि अगम अगोचर, अगम अगम का मतलब होंदा है, गम का मतलब गमन भावतुर जिथों तक तुर के असी पहुंच नहीं सकते। अगोचर गोचना देखना जिन्हों वेख्या नहीं जा सकता। रूप न रेखिया जिदा रूप रेख कोई चक्कर चहन दसिया नहीं जा सकता। अजे परमात्मा की जिहड़ी गल है जदों उस परमात्मा नूं पाण दी गल होवे, उस अनुसार अपने जीवन नूं ढालण दी गल होवे तां सानूं थोड़ा जिन्ना इस दे पिछोकड़ विच जाण दी, इस दे बैकग्राउंड विच जाण दी लोड़ है। भारतीय परंपरा जिहड़ी है वो वैदिक युग तो शुरू हुई है। वैसे तो वैदिक युग तो पहला भी समा है जिन्हों असी अज दे विच हड़प्पन संस्कृति आख्या जाता है, पर जिहड़ी सानू रिटन जां लिखित जिहड़े प्रमाण मिलते हैं वैदिक युग के ही मिलते हैं। ऋग्वेद के अंदर जिहड़ी गल आखी गई है वो सरगुण रूप की ही गल की गई है। जिन्ने भी देवी देवतियां दे प्राकृतिक शक्तियां दे जिहड़े उहदे अंदर गुणवाचक या उन्हां दी उस्तत की जाती है वो परम सत्ता का साकार रूप के रूप विच ही उसनूं व्याख्या। ते जदों असी वैदिक परंपरा के अंदर ही वेखते हाँ
ਤਾਂ ਗੀਤਾ ਦੇ 10ਵੇਂ ਅਧਿਆਏ ਦੇ ਅੰਦਰ ਵੀ ਉਸ ਸਰਗੁਣ ਪਰਮਾਤਮਾ ਦੀ ਗੱਲ ਜਿਹੜੀ ਹੈ ਕੀਤੀ ਜਾਂਦੀ ਹੈ ਤੇ 11ਵੇਂ ਅਧਿਆਏ ਵਿੱਚ ਕ੍ਰਿਸ਼ਨ ਜੀ ਅਰਜੁਨ ਨੂੰ ਪ੍ਰਤੱਖ ਤੌਰ ਤੇ ਸਾਕਾਰ ਪਰਮਾਤਮਾ ਦੇ ਦਰਸ਼ਨ ਕਰਾਉਂਦੇ। ਜਦੋਂ ਅਸੀਂ ਗੱਲ ਕਰੀਏ ਮੱਧਕਾਲ ਦੇ ਵਿੱਚ ਫਿਰ 24 ਅਵਤਾਰਾਂ ਦੀ ਗੱਲ ਆਉਂਦੀ ਹੈ। ਰਾਮਚੰਦਰ ਤੇ ਕ੍ਰਿਸ਼ਨ ਮਹਾਰਾਜ ਜਿਹੜੇ ਨੇ ਇਹ ਪ੍ਰਮੁੱਖ ਤੌਰ ਤੇ ਸਰਗੁਣ ਸਰੂਪ ਦੇ ਦੇਵਤੇ ਮੰਨੇ ਜਾਂਦੇ। ਪਰ ਜਦੋਂ ਅਸੀਂ ਮੱਧਕਾਲੀਨ ਯੁੱਗ ਵਿੱਚ ਆਉਂਦੇ ਹਾਂ ਤਾਂ ਸਰਗੁਣ ਤੇ ਨਿਰਗੁਣ ਸਰੂਪ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਇਹ ਇੱਕ ਦੂਜੇ ਦੇ ਵਿਰੋਧ ਵਿੱਚ ਆ ਜਾਂਦੀ। ਸਰਗੁਣ ਵਾਲੇ ਨਿਰਗੁਣ ਨੂੰ ਨਕਾਰਦੇ ਨੇ, ਨਿਰਗੁਣ ਧਾਰਾ ਵਾਲੇ ਸਰਗੁਣ ਨੂੰ ਨਕਾਰਦੇ ਨੇ। ਸ਼ਾਇਦ ਇਸੇ ਕਰਕੇ ਭਗਤ ਰਾਮਦੇਵ ਜੀ ਗੱਲ ਕਰਦੇ ਨੇ, ਕੋਈ ਬੋਲੇ ਨਿਰਵਾਕ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚੜੇ ਖਜੂਰ, ਕਾਹੇ ਰੇ ਪੁੱਤ ਬਾਗ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ। ਹਰੀ ਨੂੰ ਪਾਣਾ ਇੱਕ ਗੱਲ ਹੈ ਪਰ ਬਹਿਸ ਮੁਬਾਹਿਸ ਦਾ ਵਿਸ਼ਾ ਬਣਾਉਣਾ ਦੂਜੀ ਗੱਲ ਹੈ। ਕੋਈ ਉਸ ਪਰਮਾਤਮਾ ਨੂੰ ਨੇੜੇ ਤੋਂ ਨੇੜੇ ਵੇਖਦਾ ਪਿਆ ਤੇ ਕੋਈ ਉਸ ਪਰਮਾਤਮਾ ਨੂੰ ਬੜਾ ਦੂਰ ਵੇਖ ਰਿਹਾ। ਤੇ ਭਗਤ ਨਾਮ ਜੀ ਕਹਿੰਦੇ ਨੇ ਵੀ ਜਿੰਨੇ ਪਾਇਆ ਉਹ ਅੰਦਰੋਂ ਮੁਸਕਰਾ ਰਿਹਾ ਹੈ, ਉਹ ਉਸ ਨੂੰ ਅੰਦਰੋਂ ਅਨੁਭਵ ਕਰ ਰਿਹਾ ਹੈ। ਪਰਮਾਤਮਾ ਦਾ ਅਨੁਭਵ ਦਾ ਵਿਸ਼ਾ ਹੈ। ਹੁਣ ਰਡੋਲਫ ਓਟੋ ਜਿਨ੍ਹਾਂ ਨੇ ਆਈਡੀਆ ਆਫ ਦੀ ਹੋਲੀ ਪੁਸਤਕ ਦੇ ਅੰਦਰ ਜਿਹੜੀ ਗੱਲ ਕੀਤੀ ਬਈ ਪਰਮਾਤਮਾ ਤਾਂ ਹੈ ਹੀ ਅਨੁਭਵ ਦਾ ਵਿਸ਼ਾ, ਇਸੇ ਲਈ ਉਹਨਾਂ ਨੇ ਫਿਨੋਮੀਨੋਲੋਜੀਕਲ ਦੀ ਗੱਲ ਕੀਤੀ ਤੇ ਉਹਨਾਂ ਨੇ ਇਹ ਆਖਿਆ ਕਿ ਪਰਮਾਤਮਾ ਦਾ ਜਿਹੜਾ ਅਨੁਭਵ ਹੈ ਉਹ ਤੁਹਾਡੇ ਅੰਦਰ ਨਿਮਨੋਸ ਦਾ ਇੱਕ ਭਾਵ ਉਗ ਜਾਂਦਾ ਹੈ। ਹੁਣ ਨਿਮਨੋਸ ਉਹਦੇ ਆਪਣੇ ਆਪ ਦੇ ਵਿੱਚ ਨਵੀਂ ਗੱਲ ਉਹਨਾਂ ਨੇ ਆਖੀ ਤੇ ਕਹਿੰਦੇ ਨੇ ਦੇ ਦੋ ਐਸਪੈਕਟ ਨੇ, ਇੱਕ ਟ੍ਰਿਮੈਂਡਮ ਹੈ, ਇੱਕ ਪੈਸਿਵ। ਜਦੋਂ ਇਸ ਨੂੰ ਅਸੀਂ ਪੰਜਾਬੀ ਵਿੱਚ ਗੱਲ ਕਰੀਏ, ਗੁਰਮਤ ਦੀ ਪਰੰਪਰਾ ਦੇ ਅਨੁਸਾਰ ਗੱਲ ਕਰੀਏ ਤਾਂ ਗੁਰਮਤ ਦੇ ਵਿੱਚ ਪਾਤਸ਼ਾਹ ਨੇ ਨਾਮ ਦੀ ਗੱਲ ਕੀਤੀ ਹੈ ਵੀ ਨਾਮ ਜਿਹੜਾ ਹੈ ਉਸ ਪਰਮਾਤਮਾ ਨੂੰ ਪਾਉਣ ਦਾ ਤਰੀਕਾ ਨਾਮ ਅਭਿਆਸ ਹੈ। ਤੇ ਜਦੋਂ ਨਾਮ ਅਭਿਆਸ ਵਿੱਚ ਬੰਦਾ ਪਰਪੱਕ ਹੁੰਦਾ ਤੇ ਨਾਮੀ ਦੇ ਵਿੱਚ ਅਭੇਦ, ਤੇ ਜਦੋਂ ਨਾਮੀ ਵਿੱਚ ਅਭੇਦ ਹੁੰਦਾ ਹੈ ਤਾਂ ਨਾਮ ਵਿੱਚ ਅਭੇਦ ਹੋਣ ਦਾ ਭਾਵ ਇਹ ਹੁੰਦਾ ਹੈ ਕਿ ਉਹਦੇ ਅੰਦਰ ਉਸ ਪਰਮਾਤਮਾ ਦਾ ਨਿਰਮਲ ਭੋ ਜਾਗਦਾ ਹੈ ਤੇ ਉਸ ਦੇ ਅੰਦਰ ਇੱਕ ਵਿਸਮਾਦੀ ਗੁਣ, ਇੱਕ ਵਿਸਮਾਦੀ ਅਵਸਥਾ ਆਉਂਦੀ ਹੈ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਹ ਪਰਮਾਤਮਾ ਦਾ ਨਿਰਮਲ ਭੋ, ਤੇ ਜਿਹੜੀ ਗੱਲ ਰਡੋਲਫ ਓਟੋ ਜਿਹੜੀ ਗੱਲ ਕਰਦਾ ਹੈ ਟਿਮੰਡਮ ਭਾਵ ਇੱਕ ਐਸੀ ਚਰਨਾਟ ਅੰਦਰ ਆਉਂਦੀ ਹੈ ਕਿ ਮਨੁੱਖ ਜਿਹੜਾ ਹੈ ਉਹ ਪਰਮਾਤਮਾ ਬਹੁਤ ਵੱਡਾ ਸਰਵ ਸ਼ਕਤੀਮਾਨ ਹੈ, ਉਹਦੇ ਸਾਹਮਣੇ ਮਨੁੱਖ ਦੀ ਜਿਹੜੀ ਸ਼ਕਤੀ ਆ ਉਹ ਬਿਲਕੁਲ ਨਿਗੂਣੀ ਜਿਹੀ ਹੈ। ਤੇ ਜਦੋਂ ਅਸੀਂ ਗੱਲ ਉਹਦੀ ਵਿਸਮਾਦੀ ਅਵਸਥਾ ਦੀ ਕਰੀਏ, ਫੈਸਿਨਮ ਦੀ ਗੱਲ ਕਰੀਏ, ਫੈਸਿਨਮ ਤੋਂ ਭਾਵ ਹੁੰਦਾ ਹੈ ਕਿ ਮਨੁੱਖ ਦੇ ਅੰਦਰ ਇੱਕ ਅਚਰਜਤਾ ਦਾ ਭਾਵ ਜਾਗਦਾ ਹੈ। ਦੇਖੋ ਪੂਰੇ ਸੰਸਾਰ ਦੇ ਵਿੱਚ ਜਿੰਨੇ ਸਕ੍ਰਿਪਚਰ ਨੇ, ਜਿੰਨੇ ਧਰਮ ਨੇ, ਪਰਮਾਤਮਾ ਦੀ ਜਦੋਂ ਗੱਲ ਕਰਦੇ ਹਨ ਤਾਂ ਉਹ ਪਰਮਾਤਮਾ ਦੇ ਕਰਮਵਾਚਕ ਨਾਂ ਦੱਸਦੇ, ਪਰਮਾਤਮਾ ਦੇ ਕਿਸੇ ਨਾ ਕਿਸੇ ਗੁਣ ਨੂੰ ਪ੍ਰਗਟ ਕਰਦੇ ਨੇ। ਪਰ ਸਿੱਖ ਧਰਮ ਦੇ ਅੰਦਰ ਜਿਹੜਾ ਗੁਪਤ ਨਾਮ ਪ੍ਰਗਾਜਾ ਹੋਇਆ, ਜਿਹੜਾ ਮਨੁੱਖ ਨੇ ਉਸ ਵਾਹਿਗੁਰੂ ਜਿਹੜਾ ਗੁਰਮੰਤਰ ਦਿੱਤਾ, ਜਦੋਂ ਸਿੱਖ ਅੰਮ੍ਰਿਤ ਛਕਦਾ ਤੇ ਉਹਨੂੰ ਜਿਹੜਾ ਗੁਰਮੰਤਰ ਪ੍ਰਾਪਤ ਹੁੰਦਾ ਉਹ ਵਾਹਿਗੁਰੂ ਹੈ। ਹੁਣ ਦੇਖੋ ਵਾਹਿਗੁਰੂ ਦੇ ਦੋ ਭਾਗ, ਦੋ ਹਿੱਸੇ, ਇੱਕ ਵਾਹ ਹੈ ਜਿਹੜਾ ਅਚਰਜਤਾ ਨੂੰ ਵਿਖਾਉਂਦਾ, ਗੁਰੂ ਉਹ ਵੱਡਾ ਔਰ ਸਰਬ ਸ਼ਕਤੀ ਭਾਵ ਵਾਹਿਗੁਰੂ ਅਨੁਭਵਵਾਚੀ ਨਾਮ ਹੈ, ਕਰਮਵਾਚੀ ਨਾਮ ਨਹੀਂ। ਬਾਕੀ ਸਾਰੇ ਵਰਲਡ ਦੇ ਮੰਤਰ ਕਰਮਵਾਚੀ ਨੇ, ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੈ ਜਿਹੜਾ ਅਨੁਭਵਵਾਚੀ ਹੈ। ਤੁਹਾਡੇ ਅੰਦਰ ਜਦੋਂ ਪਰਮਾਤਮਾ ਦੀ ਛੋਹ ਜਾਗਦੀ ਹੈ, ਪਰਮਾਤਮਾ ਦਾ ਭਾਵ ਜਾਗਦਾ ਹੈ, ਮਨੁੱਖ ਜਦੋਂ ਉਹਨੂੰ ਯਾਦ ਕਰਦਾ ਹੈ ਤੇ ਉਹਦੇ ਅੰਦਰ
ਇਹ ਅਨੁਭਵ ਜਾਗਦਾ ਹੈ ਵਾਹ ਦਾ, ਅਚਰਜਤਾ ਦਾ ਤੇ ਉਸ ਪਰਮਾਤਮਾ ਦੇ ਵੱਡੇ ਹੋਣ ਦੇ ਅਹਿਸਾਸ ਦਾ। ਗੁਰਮਤਿ ਦੇ ਅੰਦਰ ਜਦੋਂ ਸਰਗੁਣ ਤੇ ਨਿਰਗੁਣ ਦੀ ਗੱਲ ਕੀਤੀ ਗਈ ਤਾਂ ਇਹਨੂੰ ਵੱਖਰਾ ਤੌਰ ਤੇ ਨਹੀਂ ਵੇਖਿਆ ਗਿਆ। ਇਹ ਇੱਕੋ ਹੀ ਸ਼ਕਤੀ ਹੈ, ਜਿਵੇਂ ਹੁਣ ਚੇਅਰਮੈਨ ਸਾਹਿਬ ਗੱਲ ਕਰ ਰਹੇ ਸਨ। ਇੱਕ ਓਂਕਾਰ, ਇੱਕ ਜਿਹੜਾ ਅੰਕ ਹੈ ਨਿਰਗੁਣ ਸਰੂਪ ਦਾ ਲਖਾਇਕ ਹੈ, ਓਮ ਜਿਹੜਾ ਸਰਗੁਣ ਦਾ ਲਖਾਇਕ ਹੈ, ਕਾਰ ਇਹਨਾਂ ਦੋਹਾਂ ਦੀ ਨਿਰੰਤਰਤਾ ਹੈ। ਭਾਵ ਨਿਰਗੁਣ ਤੇ ਸਰਗੁਣ ਕੋਈ ਵੱਖਰੇ ਨਹੀਂ, ਇਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਪਰਮਾਤਮਾ ਦੇ ਦੋ ਐਸਪੈਕਟ ਨੇ, ਉਹ ਨਿਰਗੁਣ ਵੀ ਹੈ ਸਰਗੁਣ ਵੀ ਹੈ, ਤੇ ਦੋਨਾਂ ਦੇ ਅੰਦਰ ਨਿਰੰਤਰਤਾ ਹੈ। ਭਾਵ ਇਹ ਵੱਖਰੇ ਨਹੀਂ, ਨਿਰਗੁਣ ਤੇ ਸਰਗੁਣ ਆਪਸ ਦੇ ਵਿੱਚ ਓਤ ਪੋਤ ਨੇ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਤਾਰ ਦਿਲ ਸਗਲੀ ਉਹੀ। ਇਹ ਨਿਰਗੁਣ ਤੇ ਸਰਗੁਣ ਸਰੂਪ ਦੋਹੇ ਹੀ ਇਸ ਸੰਸਾਰ ਦੇ ਵਿੱਚ ਪ੍ਰਗਟ। ਇਹ ਸਾਰਾ ਦਿਸਦਾ ਸੰਸਾਰ ਇਹ ਉਸ ਪਰਮਾਤਮਾ ਦਾ ਸਰਗੁਣ ਸਰੂਪ ਹੈ। ਵੈਦਿਕ ਪਰੰਪਰਾ ਜਾਂ ਇਸ ਤੋਂ ਪਹਿਲਾਂ ਭਾਰਤੀ ਸਾਹਿਤ ਦੇ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਹੈ, ਉਹ ਪਰਮਾਤਮਾ ਨੂੰ ਇਸ ਸਰੀਰ, ਮਨ ਤੇ ਸਮੇਂ ਸਥਾਨ ਦੇ ਵਿੱਚ ਨਿਯਤ ਕਰਦੇ ਨੇ। ਪਰ ਗੁਰਮਤਿ ਦੇ ਅੰਦਰ ਸਮੇਂ ਸਥਾਨ ਤੇ ਸਰੀਰ ਦੀ ਪਕੜ ਤੋਂ ਬਾਹਰ ਉਹ ਸਾਰਾ ਪਰਮ ਸੱਤਾ ਉਹ ਸਰਗੁਣ ਸਰੂਪ ਵਿੱਚ ਤੇ ਨਿਰਗੁਣ ਸਰੂਪ ਵਿੱਚ ਵਿਚਰ ਰਹੀ ਹੈ। ਆਰਤੀ ਦੇ ਵਿੱਚ ਅਸੀਂ ਪੜ੍ਹਦੇ ਸਹਸ ਤਬ ਨੈਣ ਨਨ ਨੈਣ ਹੈ ਤੋਏ ਕੋ, ਸਹਸ ਮੂਰਤ ਨਨ ਏਕ ਤੋਈ, ਸਹਸ ਪਦ ਬਿਮਲ ਨਨ ਏਕ ਪਦ ਗੰਧ ਦਿਨ, ਸਹਸ ਤਬ ਗੰਧ ਇਵ ਚਲ। हे परमात्मा, इस दिसदे संसार दे अंदर जो कुछ भी असी जी जंत वेख रहे हाँ, जिन्नी कुदरत वेख रहे हाँ, ये सारा तेरा ही पसारा है। तू आप ही आप है इस सारे दे अंदर। भाव है कि सहस तब नैन नन नैन है कोई को, जिन्ने भी जी जंत ने ਉਹਨਾਂ ਦੀਆਂ ਜਿੰਨੀਆਂ ਅੱਖਾਂ ਨੇ, ਸਹਸ ਹਜ਼ਾਰਾਂ ਨੈਣ, ਇਹ ਦਾਤਾ ਤੇਰੇ ਹੀ ਨੇ। ਇਹ ਤੂੰ ਹੀ ਇਹਨਾਂ ਦੇ ਵਿੱਚ ਜੋਤ ਰੱਖੀ ਹੈ ਤੇ ਵੇਖ ਰਹੇ ਨੇ। ਸਹਸ ਤਬ ਨੈਣ ਨਨ ਨੈਣ ਹੈ ਤੋਏ ਕੋ, ਪਰ ਨਿਰਗੁਣ ਸਰੂਪ ਦੇ ਅਨੁਸਾਰ ਤੇਰਾ ਇੱਕ ਵੀ ਨੈਣ ਨਹੀਂ। ਭਾਵ ਤੇਰੇ ਨਿਰਗੁਣ ਸਰੂਪ ਦੀ ਵਿਆਖਿਆ ਕਰੀਏ ਤੇ ਤੇਰਾ ਕੋਈ ਨੈਣ ਨਹੀਂ। ਨੈਣ ਰਖਸ਼ ਰੂਪ ਰੰਗ ਰੇਖ ਤੋਂ ਤੂੰ ਨਿਆਰਾ ਹੈ। सहस तव नैन नन नैन है तोए को, सहस मूरत नना एक कोई। ये जिहड़ियां मूरतां ने सब तेरियां ही ने, पर निर्गुण स्वरूप करके कोई एक खास रूप तेरा नहीं। भाव उस परमात्मा दे बारे हुण तक जिहड़ी गल कीती गई वो ये आखी कि उहदे बथेरे स्वरूप ने, उहदे बड़े विकोलितरे रूप ने। देवी देवतियां दी गल कीती जिन्हों असी ਵੈਸਟਰਨ ਫਿਲਾਸਫੀ ਦੇ ਵਿੱਚ ਪੋਲੀਥੀਇਜ਼ਮ ਕਹਿੰਦੇ ਆ, ਬਹੁਦੇਵਵਾਦ ਆਖਦੇ ਆ। ਪਰ ਉਹਦੇ ਵਿਰੋਧ ਵਿੱਚ ਆਇਆ ਮੋਨੋਥੀਇਜ਼ਮ, ਭਾਵ ਇੱਕ ਈਸ਼ਵਰਵਾਦ। ਇੱਕ ਈਸ਼ਵਰਵਾਦ ਤੋਂ ਭਾਵ ਸੀ ਕਿ ਉਹ ਪਰਮਾਤਮਾ ਅਟੰਕ ਬੈਠਾ ਹੈ, ਇਸ ਸਤਵੇਂ ਅਸਮਾਨ ਤੋਂ ਪਾਰ ਬੈਠਾ ਹੈ, ਬਿਲਕੁਲ ਅਟੰਕ, ਇਸ ਕੁਦਰਤ ਤੋਂ ਵੱਖਰਾ, ਇਸ ਪ੍ਰਕਿਰਤੀ ਤੋਂ ਵੱਖਰਾ। ਪਰ ਦੇਖੋ ਗੁਰਮਤਿ ਦੇ ਅੰਦਰ ਪ੍ਰਕਿਰਤੀ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕੁਦਰਤ ਦੀ ਗੱਲ ਕੀਤੀ ਹੈ। ਕੁਦਰਤ ਤੋਂ ਭਾਵ ਹੈ ਜਿੱਦਾਂ ਕੋਈ ਕਾਦਰ ਹੈ, ਤੇ ਜਿਹੜਾ ਕਾਦਰ ਹੈ, ਜਿਹੜਾ ਇਸ ਜਿੰਨੀ ਨੇਚਰ ਹੈ ਉਹਨੂੰ ਨਰਚਰ ਕਰਨ ਵਾਲਾ ਕੋਈ ਹੈ, ਉਸ ਕੁਦਰਤ ਨੂੰ ਸੰਭਾਲਣ ਵਾਲਾ ਉਹਦਾ ਖਸਮ ਕਾਦਰ ਹੈ, ਜਿਸ ਦੀ ਅਨਹੋਂਦ ਸਾਨੂੰ ਭਾਰਤੀ ਪਰੰਪਰਾ ਵਿੱਚ ਮਿਲਦੀ ਹੈ। ਭਾਵ ਬਹੁਦੇਵਵਾਦ ਤੇ ਏਕ ਈਸ਼ਵਰਵਾਦ ਤੋਂ ਭਾਵ ਸੀ ਕਿ ਉਹ ਪਰਮਾਤਮਾ ਵੱਖਰਾ ਬੈਠਾ, ਉਹ ਪਵਿੱਤਰ ਹੈ, ਉਹ ਨੂਰ ਹੈ। ਇਹ ਸਾਰਾ ਦਿਸਦਾ ਸੰਸਾਰ ਖਾਕ ਹੈ। ਖਾਕ ਤੇ ਨੂਰ ਦੀ ਗੱਲ ਆਖ ਦਿੱਤੀ ਗਈ।
ਪਵਿੱਤਰ ਤੇ ਅਪਵਿੱਤਰ ਦੀ, ਸੈਕਰਡ ਤੇ ਪ੍ਰੋਫੇਨ ਦੀ ਗੱਲ ਆਖੀ ਗਈ। ਪਰ ਬਾਣੀ ਤਾਂ ਆਖਦੀ ਹੈ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਦਾ ਵਿਚਵਾਸ। ਇਹ ਜਿਹੜਾ ਦਿਸਦਾ ਸੰਸਾਰ ਹੈ ਇਹ ਪਰਮਾਤਮਾ ਦਾ ਆਪਣਾ ਘਰ ਹੈ, ਜ਼ਰਰੇ ਜ਼ਰਰੇ ਦੇ ਵਿੱਚ ਸਮਾਇਆ ਹੋਇਆ। ਇਹਨੂੰ ਮਿੱਥਿਆ ਨਾ ਆਖੋ, ਇਹਨੂੰ ਅਪਵਿੱਤਰ ਨਾ ਆਖੋ, ਇਹਨੂੰ ਖਾਕ ਨਾ ਆਖੋ, ਇਹਨੂੰ ਪ੍ਰੋਫੇਨ ਨਾ ਆਖੋ। ਇਹ ਦਿਸਦਾ ਸੰਸਾਰ ਵੀ ਸੈਕਰੇਡ ਹੈ। ਜੇ ਹੈ ਤਾਂ ਸਾਡਾ ਮਨ ਅਪਵਿੱਤਰ ਹੈ, ਸਾਡੇ ਮਨ ਦੀਆਂ ਮਨੋਬਿਰਤੀਆਂ ਅਪਵਿੱਤਰ ਨੇ। ਗੱਲ ਤਾਂ ਇਹਨਾਂ ਮਨੋਬਿਰਤੀਆਂ ਨੂੰ ਪਵਿੱਤਰ ਕਰਨ ਦੀ ਹੈ। ਕਿ ਉਹ ਪਵਿੱਤਰ ਕਿਵੇਂ ਹੋਣਗੀਆਂ? ਜਦੋਂ ਅਸੀਂ ਪਵਿੱਤਰ ਬਾਣੀ ਦੇ ਨਾਲ ਜੁੜ ਜਾਂਦੇ, ਪਰਮਾਤਮਾ ਦੇ ਪਵਿੱਤਰ ਖਿਆਲ ਦੇ ਨਾਲ ਜੁੜ ਜਾਂਦੇ ਆ, ਤੇ ਸਾਡਾ ਨਿਸ਼ਚੇ ਤੌਰ ਤੇ ਮਨੋਬਿਰਤੀਆਂ ਪਵਿੱਤਰ ਹੋਣੀਆਂ ਸ਼ੁਰੂ ਹੋ ਜਾਂਦੀਆਂ। ਆਖਿਆ ਜਾਂਦਾ ਹੈ ਪੂਰੇ ਦਿਸਦੇ ਸੰਸਾਰ ਵਿੱਚ ਕੋਈ ਇੱਕ ਥਾਂ ਦੱਸੋ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ। ਪਰਮਾਤਮਾ ਦਾ ਜ਼ਰਰੇ ਜ਼ਰਰੇ ਵਿੱਚ ਹਰ ਥਾਂ ਦੇ ਉੱਤੇ ਵਸਦਾ ਹੈ। ਹਾਂ, ਨਹੀਂ ਵਸਦਾ ਤਾਂ ਸਾਡੇ ਕੁੱਤੇ ਕੁੜਿਆਰ ਮਨ ਦੇ ਅੰਦਰ, ਸੁਣ ਮਨ ਅੰਧੇ ਕੁੱਤੇ ਕੁੜਿਆਰ। ਇਹ ਮਨ ਸਾਡੀ ਯਾਦ ਦੇ ਵਿੱਚੋਂ ਪਰਮਾਤਮਾ ਨਹੀਂ, ਪਰ ਹਰ ਥਾਂ ਪਰਮਾਤਮਾ। ਇਹ ਸਰੀਰ ਕਿੰਨੇ ਬਣਾਇਆ? ਇਹ ਸਰੀਰ ਦੀ ਸ਼ਕਤੀ ਕਿੰਨੇ ਦਿੱਤੀ ਹੈ? ਇਸ ਸਰੀਰ ਦੇ ਅੰਦਰ ਅਕਲ ਕਿੰਨੇ ਪਾਈ ਹੈ? ਇਸ ਸਰੀਰ ਨੂੰ ਚਲਾਇਮਾਨ ਕੌਣ ਹੈ? ਇਸ ਦੇ ਅੰਦਰ ਜਿੰਦ ਤੇ ਪ੍ਰਾਣ ਕਿੰਨੇ ਪਾਏ ਨੇ? ਉਸ ਪਰਮਾਤਮਾ ਨੇ ਹੀ ਤਾਂ ਪਾਏ। ਇਸ ਸਰੀਰ ਨੂੰ ਸਾਜਣ ਵਾਲਾ, ਬਣਾਉਣ ਵਾਲਾ ਉਹ ਪਰਮਾਤਮਾ ਆਪ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਇਸ ਸਰੀਰ ਦੇ ਅੰਦਰ ਹੀ ਉਹ ਸਾਰਾ ਸਰਗੁਣ ਤੇ ਨਿਰਗੁਣ ਵਰਤਿਆ। ਜਿਵੇਂ ਅਸਾ ਦੀ ਵਾਰ ਵਿੱਚ ਆਪੀ ਨੇ ਆਪ ਸਾਜੀ, ਆਪੀ ਨੇ ਰੱਖੀ ਨਾਉ, ਦੁਈ ਕੁਦਰਤ ਸਾਥੀ ਕਰੇ ਆਸਨ ਜਿੱਠੋ ਚਾਓ। दाता करता आप तू, तुस देवा करे कुछ आओ तू। जनाई सब से दे लैंदा दे लैंद दे लैंद दे आओ कर आसन जिठो चाओ। उस परमात्मा ने इस सारी सृष्टि ਨੂੰ ਬਣਾਇਆ ਆਪਣੇ ਆਪ ਤੋਂ, ਜਿਹੜਾ ਪੈਦਾ ਹੋਇਆ, ਜਿਹਨੂੰ ਬਣਾਉਣ ਵਾਲਾ ਕੋਈ ਨਹੀਂ, ਜਿਹੜਾ ਆਪ ਸਹਿਬੰਗ ਹੈ, ਉਹ ਜਿਹੜਾ ਆਪ ਕਰਤਾ ਪੁਰਖ ਹੈ। ਕੋਈ ਦੋ ਵੱਖਰੀਆਂ ਸ਼ਕਤੀਆਂ ਨਹੀਂ, ਉਹ ਇੱਕੋ ਇੱਕ ਹੀ ਹੈ। ਤੇ ਉਸਨੇ ਇਹ ਸਾਰਾ ਦ੍ਰਿਸ਼ਟਮਾਨ ਜਗਤ ਬਣਾਇਆ, ਬਣਾ ਕੇ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਵੀ ਆਪ ਹੈ। ਦੇ ਲੈਸਾਂ ਜਿੰਦ ਖਵਾਓ, ਉਹ ਜਿੰਦ ਲੈ ਕੇ ਤੇ ਜਿੰਦ ਵਾਪਸ ਲੈਣ ਵਾਲਾ, ਭਾਵ ਕਾਲ ਰੂਪ ਵੀ ਉਹ ਆਪ ਹੀ ਹੈ ਤੇ ਅਕਾਲ ਰੂਪ ਵੀ ਉਹ ਆਪ ਹੀ ਹੈ। ਤੇ ਤੁਸ ਦੇਵੇਂ ਕਰੇ ਬਸਾਓ, ਤੁਰਠ ਕੇ ਦਾਤਾਂ ਦੇਣ ਵਾਸਤੇ ਉਸਨੇ ਇਹ ਸਾਰੀ ਕੁਦਰਤ ਸਾਜੀ ਹੈ। ਤੇ ਕਰ ਆਸਨ ਡਿਠੋ ਚਾਓ, ਇਹਨੂੰ ਨੇ ਖਸਮਾ ਨਹੀਂ ਛੱਡ ਦਿੱਤਾ, ਉਸ ਦੀ ਸੰਭਾਲ ਕਰ ਰਿਹਾ। ਪਲ 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 ਉਹਦੀ ਸੰਭਾਲ ਹੋ ਰਹੀ ਹੈ। ਉਹ ਪਰਮਾਤਮਾ ਆਪ ਇਸ ਸਾਰੇ ਦੀ ਸੰਭਾਲ ਕਰ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਦੇ ਵਿੱਚ ਸੱਚੇ ਦਾ ਵਾਸ ਹੈ ਤੇ ਉਹ ਪਰਮਾਤਮਾ ਹਰ ਥਾਂ ਮੌਜੂਦ ਹੈ। ਹਾਂ, ਸਾਡੀ ਯਾਦ ਦੇ ਵਿੱਚ ਨਹੀਂ, ਸਾਡੇ ਮਨ ਦੇ ਅੰਦਰ ਨਹੀਂ। ਤੇ ਸਾਰੀ ਸਿੱਖੀ ਦਾ ਧੁਰਾ ਹੀ ਇਹ ਹੈ, ਸਾਡੇ ਮਨ ਦੇ ਵਿੱਚ ਉਹਦੀ ਯਾਦ ਪਰਪੱਕ ਹੋ ਜਾਏ। ਹੁਣ ਇਸ ਪਰਮਾਤਮਾ ਦੇ ਅੰਦਰ, ਇਸ ਸਰੀਰ ਦੇ ਅੰਦਰ, ਹੁਣ ਸਰੀਰ ਬਣਿਆ, ਸਰੀਰ ਤਾਂ ਲਹੂ ਹੱਡ ਮਾਸ ਦਾ ਹੈ ਤੇ ਇਹਦੇ ਅੰਦਰ ਪ੍ਰਾਣ ਕਿੰਨੇ ਪਾਏ? ਉਹਨਾਂ ਪ੍ਰਾਣਾਂ ਦਾ ਰਖਵਾਲਾ ਕੌਣ? ਜਦ ਉਸ ਪਰਮਾਤਮਾ ਨੇ ਆਪਣੀ ਜੋਤ ਇਸ ਸਰੀਰ ਵਿੱਚ ਪਾਈ ਹੈ, ਆਪਣੀ ਸਤਿਆ ਇਸ ਵਿੱਚ ਦਿੱਤੀ ਹੈ, ਪ੍ਰਾਣ ਦਿੱਤੇ ਨੇ, ਜਦੋਂ ਇਸ ਸਥੂਲ ਸਰੀਰ ਦਾ ਤੇ ਸੂਖਮ ਜੋਤ ਦਾ ਆਪਸ ਦੇ ਵਿੱਚ ਟਕਰਾਅ ਹੁੰਦਾ ਹੈ ਤੇ ਇਹਦੇ ਅੰਦਰੋਂ ਜਿਹੜਾ ਹੈ ਸੂਖਮ ਮਨ ਪੈਦਾ। ਹੁਣ ਸੁਖ ਕਿਹਾ ਜਾਂਦਾ ਹੈ ਕਿ ਸਾਡਾ ਜਿਹੜਾ ਅੰਤःਕਰਨ ਹੈ, ਸਾਡੀ ਜਿਹੜੀ 11ਵੀਂ ਇੰਦਰੀ ਹੈ, ਸੂਖਮ ਹੈ। ਸਾਡੇ 5 ਗਿਆਨ ਇੰਦਰੇ, ਸਾਡੇ 5 ਕਰਮ ਇੰਦਰੇ ਤੇ ਇਹਨਾਂ ਸਾਰਿਆਂ ਨੂੰ ਸੰਜੋਗ ਨਾਲ ਚਲਾਉਣ ਵਾਲਾ ਅੰਤःਕਰਨ ਹੈ।
अंतःकरण दे अंदर ही सुरत, मत, मन, बुद्ध है, इंटलैक्ट है, साडे कंसंट्रेटिव पावर है, साडी विजडम है ते साडी सुरत है। हुण सुरत की है? जिवें परमात्मा दा सरगुण ते निर्गुण स्वरूप है, सरगुण स्वरूप ओ जड़ा सारे ही गुणां दा मालक है ते जड़ा रूप रंग वाला है ते निर्गुण अगम अगोचर जिदे बारे जिदा रूप रंग रेख दसिया नहीं जा सकता, पर ये दोनों है ओत पोत में। जिवें एक निर्गुण स्वरूप ओम सरगुण स्वरूप ते कार तो भाव है कि इन्हां दोहां दे विच निरंतरता है। ये नहीं है कि निर्गुण वखरा है ते सरगुण वखरा है, दोनों निरंतर ने। इसे करके जदों वैसटर्न फिलासफी के अंदर जो इस गल नूं फिलासफिलाइज करते ने तां कहंदे ने कि वो परमात्मा पॉलीथीइज्म या मोनोथीइज्म तो अगे चल के पेनेंथीइज्म है। पेनेंथीइज्म तो भाव है कि वो निरंतर ईश्वरवाद है। भाव सरगुण ते निर्गुण दोहां स्वरूपां ते दोहां स्वरूपां दे विच कोई फर्क नहीं है, कोई गैप नहीं है, कोई इंटरमीडिएट नहीं है, निरंतरता है। इसे करके एक ओंकार, एक निर्गुण ओम सरगुण ते कार निरंतरता दा लखायक है, जड़ा कंटिन्यूस है, जिदे विच कोई गैप नहीं, जिदे अंदर कोई किसी किस्म दा कोई फर्क नहीं है। सो उस परमात्मा की जो गल आखी जाती है वो निर्गुण भी है, वो सरगुण भी है। हुण जो सुखमणी साहब के अंदर गल करते हैं तो सुखमणी साहब दे विच श्लोक आउंदा है, सरगुण निर्गुण निरंकार सुन समाधि आप अपन किया नानका आपे ही फिर जा। हुण इहदे अंदर चार गल्लां आ गईयां, सरगुण निर्गुण निरंकार सुन समाधि आप। वो सरगुण है, वो निर्गुण है, वो निरंकार है, वो सुन समाधि विच भी है। हुण तुसीं इसनूं अपने आप दे उत्ते घटा के देखो, सरगुण निर्गुण निरंकार सुन समाधि आप अपन किया नानका आपे ही फिर जा। हुण परमात्मा ने ही सरगुण बनाया, परमात्मा ने ही निर्गुण बनाया ते आपी ने इन्हां दोहां नूं साज के सरगुण निर्गुण निरंकार सुन समाधि आप आपन किया नानका। हुण ये शरीर परमात्मा ने बनाया, ये उसका सरगुण स्वरूप है। हुण जिवें वैदिक परंपरा तो वखरी गल है ना कि वो शरीर समय के स्थान दे विच सरगुण स्वरूप नूं वेख रहे हैं, पर गुरमत फिलासफी इस समय स्थान ते शरीर तो आजाद कर देंदी है। सारा दृष्टमान जगत उसका सरगुण स्वरूप है, सूरज चंद तारे उसका सरगुण स्वरूप है ते इन्हां दे विच चलान वाली जिहड़ी अबछली जोत है वो निर्गुण स्वरूप है। हुण ये शरीर जदों गुरु की सिक्ख्या अनुसार परमात्मा नूं याद करदा है ते परमात्मा नूं याद किवें करदा है, वो गुरु दे दिते मंत्र नूं जपदा है। भाव ये शरीर जदों उस परमात्मा का जाप करदा है ते कौन कर रहा है? ये सरगुण स्वरूप ही तो उस परमात्मा निर्गुण स्वरूप नूं याद कर रहा है। सरगुण निर्गुण निरंकार सुन समाधि आप आपन किया नानका। आप ही इस शरीर नूं बनाया है, आप ही इस निर्गुण स्वरूप का जाप ये शरीर कर रहा है। आपन किया नानका आपे ही फिर जाप। हुण जदों आप जपदा है मन दे विच जदों ये ख्याल आ जाए तुहाडे मन बुद्धि दे अंदर मैं नहीं जप रहा, ये तां परमात्मा आप जपा रहा है। ए परमात्मा मेरे अंदर ए कुर्बान जाई उस वेला सुहावी जित तुमरे द्वारे आया
तेरे द्वार आया, तेरी याद हिरदे विच बसी है, असी आप नहीं जप सकते। ओ परमात्मा आप जपाउंदा है, ओ परमात्मा आप साडे ते किरपा करदा है, ओ परमात्मा आप ਸਾਡੇ ਕੋਲੋਂ ਆਪ ਆਪਣਾ ਜਾਪ ਜਪਾਉਂਦਾ ਹੈ। ਤੇ ਜਦੋਂ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਤੇ ਤੁਹਾਡੇ ਆਪਣੇ ਖਿਆਲ ਹੀ ਖਤਮ ਹੋ ਜਾਂਦੇ, ਕਿਉਂਕਿ ਜਦੋਂ ਤੁਹਾਡੇ ਆਪਣੇ ਖਿਆਲ ਖਤਮ ਹੋਣਗੇ ਸ਼ੂਨਿਆ ਵਿੱਚ ਜਾਓਗੇ। ਸ਼ੂਨਿਆ ਤੋਂ ਕੀ ਭਾਵ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਖਿਆਲ ਕਿਸੇ ਕਿਸਮ ਦਾ ਨਹੀਂ, ਤੇ ਸੁੰਨ ਅਵਸਥਾ ਦੇ ਵਿੱਚ ਤੁਸੀਂ ਪਹੁੰਚ ਗਏ। ਤੇ ਉਸ ਸੁੰਨ ਅਵਸਥਾ ਦੇ ਵਿੱਚ ਤਾਂ ਉਹ ਪਰਮਾਤਮਾ ਨਿਰੰਕਾਰ ਦਾ ਵਾਸ ਭਾਵ ਸਰਗੁਣ ਤੇ ਨਿਰਗੁਣ ਪਰਮਾਤਮਾ ਦੇ ਆਪਣੇ ਰੂਪ ਨੇ, ਤੇ ਰੂਪ ਵਿੱਚ ਵੀ ਉਹੀ ਹੈ, ਉਹਦੇ ਵਿੱਚ ਨਿਰੰਕਾਰ ਦਾ ਵਾਸਾ ਜਿਹਦਾ ਕੋਈ ਆਕਾਰ ਨਹੀਂ, ਉਹ ਵੀ ਇੱਥੇ ਹੀ ਬਸ। ਸੋ ਪਰਮਾਤਮਾ ਦੀ ਇਹ ਜਿਹੜੀ ਅਬਚਲੀ ਜੋਤ ਹੈ, ਇਸ ਨੂੰ ਲਖਣ ਦੇ ਲਈ ਸਾਡੀ ਜਿਹੜੀ ਸੁਰਤ ਹੈ ਉਹ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਸੁਰਤ ਕੋ ਕੀ ਹੈ ਕਿਹਾ ਜਾਂਦਾ ਹੈ, ਇਟ ਇਜ਼ ਐਨ ਪ੍ਰਾਈਮੋਰਡਲ ਮੋਡ। ਇਹ ਸੁਰਤ ਜਿਹੜੀ ਹੈ ਇਹ ਦੋਭਾਸ਼ੀ ਹੈ, ਇੱਕ ਪਾਸੇ ਸਥੂਲ ਸਰੀਰ ਦੇ ਨਾਲ ਜੁੜੀ ਹੈ, ਇੱਕ ਪਾਸੇ ਅਬਚਲੀ ਜੋਤ ਦੇ ਨਾਲ ਜੁੜੀ ਹੈ। ਇਹ ਟਰਾਂਸਲੇਟ ਕਰਦੀ ਹੈ, ਜਿਹੜੀ ਤੁਹਾਡੇ ਸੂਖਮ ਗੱਲ ਹੈ ਉਹਨੂੰ ਸਥੂਲ ਰੂਪ ਦਿੰਦੀ ਹੈ, ਜਿਹੜੀ ਸਥੂਲ ਹੈ ਉਹਨੂੰ ਸੂਖਮ ਤੱਕ ਲੈ ਕੇ ਜਾਂਦੀ ਹੈ। ਸੋ ਸੁਰਤ ਸਾਡੀਆਂ ਸਰੀਰ ਦੀਆਂ ਲੋੜਾਂ ਨੂੰ ਮਨ ਦੇ ਰਾਹੀਂ ਪ੍ਰਗਟ ਕਰਦੀ ਹੈ, ਤੇ ਮਨ ਦੇ ਅੰਦਰ ਹੀ ਜਦੋਂ ਇਹ ਖਿਆਲ ਆਉਂਦਾ ਹੈ ਕਿ ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ, ਇਸ ਸਰੀਰ ਨੂੰ ਬਣਾਉਣ ਵਾਲਾ ਕੌਣ ਹੈ, ਪ੍ਰਾਣ ਇਸ ਦਾ ਰਖਵਾਲਾ ਕੌਣ ਹੈ, ਭਾਵ ਜਦੋਂ ਪਰਮਾਤਮਾ ਦਾ ਖਿਆਲ ਪੈਦਾ ਹੁੰਦਾ ਹੈ, ਇਸ ਮਨ ਨੂੰ ਜਦੋਂ ਉਨਮਨ ਵੱਲ ਲੈ ਕੇ ਜਾਂਦਾ ਹੈ, ਤਾਂ ਇਸ ਦੇ ਅੰਦਰ ਹੀ ਇਹ ਸੁਰਤ ਉੱਚੀ ਉੱਠਦੀ ਹੈ। ਤੇ ਸੁਰਤ ਨੂੰ ਉੱਚਾ ਚੁੱਕਣਾ ਹੀ ਭਾਈ ਵੀਰ ਸਿੰਘ ਦੇ ਅਨੁਸਾਰ ਸਿੱਖੀ ਹੈ। ਉਹਨਾਂ ਨੇ ਕਿਹਾ ਸਿੱਖੀ ਕੀ ਹੈ, ਸੁਰਤ ਨੂੰ ਉੱਚਾ ਚੁੱਕਣਾ। ਇਸ ਸਰੀਰ ਰੂਪੀ ਸਥੂਲ ਲੋੜਾਂ ਤੋਂ ਉੱਠ ਕੇ ਸੂਖਮ ਲੋੜ ਪਰਮਾਤਮਾ ਨਾਲ ਮਿਲਾਪ ਦੀ ਜਿਹੜੀ ਗੱਲ ਆਵੇ, ਉੱਥੋਂ ਤੱਕ ਲੈ ਕੇ ਜਾਣਾ ਇਹ ਸੁਰਤ ਦਾ ਕੰਮ ਹੈ। ਤੇ ਸਾਡੇ ਸਰੀਰ ਦੇ ਅੰਦਰ ਇਹ ਸੁਰਤ ਜਿਹੜੀ ਹੈ ਬਹੁਤ ਵੱਡਾ ਕੰਮ ਕਰਦੀ ਹੈ। ਸੁਰਤ ਨੂੰ ਅਸੀਂ ਜਦੋਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸੁਰਤ ਜਿਹੜੀ ਹੈ ਇਹ ਸਾਡੇ ਅੰਦਰ ਇਹ ਦੋਹਾਂ ਨੂੰ, ਸਰੀਰ ਤੇ ਆਤਮਾ ਨੂੰ ਮਿਲਣ ਦਾ ਕੰਮ। ਸਰੀਰ ਦੀਆਂ ਲੋੜਾਂ ਜਿੰਨੀਆਂ ਵੀ ਸਾਡੀਆਂ ਲੋੜਾਂ ਨੇ ਤੇ ਸੁਰਤ ਉੱਥੇ ਟਿਕੀ ਰਹਿੰਦੀ ਹੈ। ਤੇ ਜਿਹੜੇ ਸਾਡੇ ਨੀਵੇਂ ਖਿਆਲ ਨੇ, ਜਦੋਂ ਸੁਰਤ ਨੀਵੀਂ ਹੋ ਜਾਂਦੀ ਹੈ, ਜਦੋਂ ਸਰੀਰ ਦੇ ਲੋੜਾਂ ਦੇ ਨਾਲ ਇਹ ਨੀਵੀਆਂ ਮਨੋਬਿਰਤੀਆਂ ਨਾਲ ਜੁੜਦੀ ਹੈ, ਤਾਂ ਇਹ ਸੁਰਤ ਜਿਹੜੀ ਹੈ ਨੀਵੀਂ ਹੋ ਜਾਂਦੀ ਹੈ। ਤੇ ਜਦੋਂ ਇਹ ਉੱਚੇ ਖਿਆਲਾਂ ਵਿੱਚ ਉੱਡਦੀ ਹੈ ਤਾਂ ਉੱਚੀ ਹੋ ਜਾਂਦੀ ਹੈ। ਸਾਡੇ ਜਿੰਨੇ ਵੀ ਕਾਰਜ ਨੇ ਇਹ ਸੁਰਤ ਦੇ ਰਾਹੀਂ ਤੇ ਨੇ। ਸੁਰਤ ਨੂੰ ਅਸੀਂ ਇਸ ਬੂਝਣ ਸੁਰਤ ਸੰਜੋਗ, ਅਸੀਂ ਉਸ ਪਰਮਾਤਮਾ ਨੂੰ ਸੁਰਤ ਜਦੋਂ ਸ਼ਬਦ ਨਾਲ ਜੁੜਦੀ ਹੈ, ਸੰਜੋਗ ਜਦੋਂ ਦੋਵਾਂ ਦਾ ਬਣਦਾ ਤੇ ਅਸੀਂ ਤਾਂ ਹੀ ਬੁੱਝ ਸਕਦੇ ਹਾਂ ਉਸ ਅਬਚਲੀ ਜੋਤ ਨੂੰ ਜਿਹੜੀ ਹਰ ਥਾਂ ਵਰਤ ਰਹੀ। ਤੇ ਜਦੋਂ ਅਸੀਂ ਸੁਰਤ ਦੀ ਗੱਲ ਕਰੀਏ, ਸੁਰਤ ਨੂੰ ਸੰਭਾਲਣ ਦੀ ਗੱਲ ਕਰੀਏ, ਤਾਂ ਸਿੱਖੀ ਹੈ ਹੀ ਕਿ ਸ਼ਬਦ ਭਾਵ ਜੋ ਬਾਣੀ ਰੂਪ ਦੇ ਵਿੱਚ ਆਇਆ ਤੇ ਉਸ ਨੂੰ ਸਮਝੀਏ ਤਾਂ ਸਾਡੀ ਸੁਰਤ ਜੋ ਜਿਉਂ ਬਾਣੀ ਵਿੱਚ ਜੁੜਦੀ ਹੈ, ਤਿਉਂ ਆਪ ਹੀ ਉੱਪਰ ਉੱਠਦੀ ਹੈ, ਮਨੋਬਿਰਤੀਆਂ ਨੂੰ ਕਾਬੂ ਕਰਦੀ ਹੈ। ਅਸੀਂ ਆਪ ਤੌਰ ਤੇ ਜਦੋਂ ਵੀ ਕੀਰਤਨ ਕਥਾ ਗੁਰਦੁਆਰੇ ਜਾਂਦੇ ਹਾਂ ਤਾਂ ਆਮ ਤੌਰ ਤੇ ਵਿਆਖਿਆਕਾਰ ਕੀਰਤਨੀਏ ਕਹਿੰਦੇ ਮਨੋਬਿਰਤੀਆਂ ਇਕਾਗਰ ਕਰੋ ਤੇ ਇਸ ਬਾਣੀ ਨੂੰ ਸੁਣੋ, ਕੀਰਤਨ ਨੂੰ ਸੁਣੋ। ਹੁਣ ਕੀਰਤਨ ਜਿਹੜਾ ਹੈ ਇਹ ਸਰਗਮ ਦੇ ਵਿੱਚ ਹੈ, ਭਾਵ
ਇਹ ਇੱਕ ਮਿਊਜ਼ੀਕਲ ਨੋਟਸ ਦੇ ਵਿੱਚ ਹੈ, ਪਰ ਇਹਦੇ ਵਿੱਚ ਸ਼ਕਤੀ ਹੈ ਕਿ ਜਿਹੜਾ ਸ਼ਬਦ, ਜਿਹੜੀ ਬਾਣੀ ਉਸ ਵਿੱਚ ਗਾਈ ਜਾ ਰਹੀ ਹੈ। ਹੁਣ ਕਰਨਾਦ ਬਿਲਾਵਲ ਰਾਗ, ਭਾਵ ਜਦੋਂ ਬਿਲਾਵਲ ਰਾਗ ਕੀਤਾ ਜਾਏ ਤਾਂ ਕੀਤਾ ਜਾਏ, ਜੇ ਸਾਡੇ ਮਨ ਸ਼ਬਦ ਤੇ ਜਾਗ ਜਾਏ, ਜਾਂ ਮਨ ਦਾ ਜਾਗਣਾ ਹੀ ਤਾਂ ਬਿਲਾਵਲ ਹੈ, ਮਨ ਦਾ ਜਾਗਣਾ ਹੀ ਤਾਂ ਸ੍ਰੀ ਰਾਗ ਹੈ, ਮਨ ਦਾ ਜਾਗਣਾ ਹੀ ਤਾਂ ਜੈਜਾਵੰਤੀ ਹੈ। ਤੇ ਗੱਲ ਤਾਂ ਇੱਥੇ ਹੀ ਹੈ ਕਿ ਇਹ ਜੋ ਪਰਮਾਤਮਾ ਦੀ ਜੋਤ ਜੋ ਹਰ ਥਾਂ ਦੇ ਉੱਤੇ ਅਨਹਦ ਰਾਗ ਵਿੱਚ ਹੈ, ਤੇ ਸੁਰਤ ਹੈ ਜਿਹੜੀ ਅਨਹਦ ਦੀ ਛੋਹ ਨੂੰ ਸਰਗਮ ਦੇ ਵਿੱਚ ਬਦਲਦੀ ਹੈ। ਤੇ ਜਿਹੜੀ ਸਰਗਮ ਅਸੀਂ ਸੁਣਦੇ ਹਾਂ, ਜਦੋਂ ਇਸ ਬਾਣੀ ਨੂੰ ਸੁਣਦੇ ਹਾਂ, ਬਾਣੀ ਦਾ ਗਾਇਨ ਕਰਦੇ ਹਾਂ, ਤਾਂ ਇਹ ਵੀ ਸਾਨੂੰ ਉੱਪਰ ਉੱਠ ਕੇ ਲੈ ਜਾਂਦੀ ਹੈ। ਬਾਣੀ ਜਿਸ ਨਿਜ ਘਰ ਦੇ ਵਿੱਚੋਂ ਆਈ ਹੈ, ਉਸ ਪਰਮਾਤਮਾ ਦੇ ਘਰ ਦੇ ਵਿੱਚੋਂ ਆਈ ਹੈ। ਇਹ ਅਬਚਲੀ ਜੋਤ ਹੈ ਜਿਹੜੀ ਗੁਰੂ ਦੇ ਹਿਰਦੇ ਦੇ ਰਾਹੀਂ ਪ੍ਰਗਟ ਹੋਈ ਬਾਣੀ ਦੇ, ਤੇ ਇਸ ਵਿੱਚ ਸਮਰੱਥਾ ਹੈ ਕਿ ਇਹ ਬਾਣੀ ਸਾਨੂੰ ਫਿਰ ਉਸ ਥਾਂ ਤੇ, ਉਸ ਨਿਜ ਘਰ ਵਿੱਚ ਲੈ ਜਾਏਗੀ ਜਿੱਥੋਂ ਇਹ ਬਾਣੀ ਆਈ। तो इसलिए बाणी पढ़ना, बाणी सुनना, बाणी गायना, गायन करना, बाणी ਦੀ ਵਿਚਾਰ ਕਰਨਾ ਸਾਡੀ ਸੁਰਤ ਨੂੰ ਉੱਚਾ ਚੁੱਕੇ, ਸਾਡੀ ਸੁਰਤ ਨੂੰ ਉੱਪਰ ਲੈ ਕੇ ਜਾ, ਤੇ ਮਨ ਸਾਡਾ ਜੁੜ ਜਾਏ। ਬੜੀ ਵੱਡੀ ਕਿਰਪਾ ਉਸ ਪਰਮਾਤਮਾ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ। ਇਹ ਸਾਡੀ ਸ਼ਕਤੀ ਨਹੀਂ, ਸਾਡੀ ਸਮਰੱਥਾ ਨਹੀਂ ਕਿ ਅਸੀਂ ਇਸ ਨੂੰ ਜਪ ਸਕੀਏ। ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਹ ਆਪ ਸਾਡੇ ਕੋਲੋਂ ਆਪਣਾ ਨਾਮ ਜਪਾਉਂਦਾ ਹੈ। ਇਹ ਅਸੀਂ ਕੋਈ ਵੱਖਰੇ ਨਹੀਂ, ਇਹ ਪਰਮਾਤਮਾ ਦਾ ਹੀ ਤਾਂ ਰੂਪ ਹੈ ਜਿਹੜਾ ਆਪ ਆਪਣਾ ਜਾਪ ਕਰਵਾ। ਆਮ ਤੌਰ ਤੇ ਮਨੁੱਖ ਦੀ ਬਿਰਤੀ ਕਿਉਂ ਹੈ? ਮਨੁੱਖ ਸਮਝਦਾ ਹੈ ਇਹ ਸਰੀਰ ਮੈਂ ਪਾਲ ਰਿਹਾ, ਮੈਂ ਕਮਾ ਰਿਹਾ, ਕਮਾ ਕੇ ਅੰਨ ਧਨ ਬਾਜ਼ਾਰੋਂ ਖਰੀਦ ਰਿਹਾ, ਮੈਂ ਮਿਹਨਤ ਕਰ ਰਿਹਾ। ਔਰਤ ਵੀ ਤਾਂ ਘਰ ਵਿੱਚ ਮਿਹਨਤ ਕਰ ਰਹੀ ਹੈ, ਰੋਟੀ ਬਣਾ ਰਹੀ ਹੈ, ਤੇ ਅਸੀਂ ਜੋ ਕੁਝ ਵੀ ਮਿਹਨਤ ਕਰਕੇ ਬਣਾਉਂਦੇ ਹਾਂ, ਅਸੀਂ ਕਹਿੰਦੇ ਹਾਂ ਕਿ ਇਟ ਇਜ਼ ਮਾਈ ਅਰਨਿੰਗ, ਮੈਂ ਇਸ ਸਾਰੀ ਚੀਜ਼ ਨੂੰ ਅਪਣਾ ਰਿਹਾ, ਇਹ ਸਾਰਾ ਇਹ ਮੇਰਾ ਘਰ, ਇਹ ਮੈਂ ਮਿਹਨਤ ਕੀਤੀ, ਇਹ ਮੈਂ ਇਹ ਕੁਝ ਕੀਤਾ, ਤੇ ਇਹ ਸਾਰਾ ਸਿਲਸਿਲਾ ਚੱਲ ਰਿਹਾ। ਮੈਂ ਪੁੱਤਰਾਂ ਧੀਆਂ ਨੂੰ ਪਾਲਿਆ, ਮੈਂ ਇਹ ਸਾਰਾ ਸ੍ਰਿਸ਼ਟੀ ਦੇ ਅੰਦਰ, ਸਮਾਜ ਦੇ ਅੰਦਰ ਇਹ ਸਾਰਾ ਕਾਰਜ ਕੀਤਾ। ਪਰ ਜੇ ਵੇਖੀਏ ਤਾਂ ਅਸੀਂ ਕੀਤਾ ਕੀ? ਅੰਨ ਪਾਣੀ ਤਾਂ ਉਹ ਪਰਮਾਤਮਾ ਦਾ ਪੈਦਾ ਕੀਤਾ ਹੋਇਆ। ਅਸੀਂ ਕਦੀ ਵੇਖਿਆ? ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਤ ਸਵਾਰ ਸਿਧਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਦ ਬਿਹਾ ऊपर साख सैन, मुख पियाओ बैठ को देन, ए निर्गुण गुण कछु न पूजे, बख्श लियो तो नानक सीखे। नमैया के गुण चेत कर, उस परमात्मा दे गुणा नूं याद कर। क्यों? इस संसार दे विच पैदा होया, आया, तेरा जन्म होया, किस तरह हो गया? माता पिता दे संयोग तो। पर किन्ने ने माता पिता जिन्हें की जिन्हां दे घर संतान नहीं है, ते फिर ओ पीरां फकीरां अरदासां करदे ने, गुरुद्वारे जांदे ने, थां थां दे उत्ते बेनतियां करदे ने कि साडे घर औलाद होवे। जे तुहाडे जी समर्था सी ते फिर बेनतियां की करन दा की मतलब है? भाव परमात्मा ने सिलसिला बनाया है, परमात्मा ने सत्या बख्शी है, परमात्मा दा हुक्म पिया गरबास, ए परमात्मा दे हुक्म दे अनुसार ही जी जन्म लेता है। ते मनुख नूं जदों छोटा बच्चा है ते परमात्मा ने हाले बच्चा
हुआ नहीं, पर सिलसिला बना दिता कि माता दे छाती विच दुध आ गया, ओदा रिजक पहला पैदा हो गया ते हाले थोड़ा वड्डा होया, उस बच्चे नू खिडाण वास्ते मोह ते ममता परमात्मा ने मां दे अंदर पा दित्ती है। ते इस सारे संसार नू चलाण वाला, सारे रिश्तियां नू निभाण वाला ये मोह ते ममता है। ਇਹ ਸਾਡੇ ਹੋਣ ਦਾ ਹਿੱਸਾ ਬਣ ਗਈ ਤੇ ਇਸ ਦੇ ਰਾਹੀਂ ਸਾਡਾ ਅੱਗੋਂ ਦੀ ਸਾਰਾ ਜਿਹੜਾ ਸਿਲਸਿਲਾ ਹੈ ਸਾਡਾ ਪਾਲਣ ਪੋਸ਼ਣ ਹੋ ਗਿਆ, ਜਵਾਨੀ ਆਈ, ਚੱਲ ਮਸਤਾਨੀ, ਪਰ ਜੋਬਨ ਜਿੰਨੇ ਸੁੱਖ ਸੁਵਿਧਾਵਾਂ ਪ੍ਰਾਪਤ ਹੋਈਆਂ ਇਹ ਪਰਮਾਤਮਾ ਦਾ ਹੀ ਸਿਲਸਿਲਾ ਹੈ। ਬਿਰਧ ਵਿਆਹ ਉੱਪਰ ਸਾਖ ਸੈਨ ਬੁੱਢਾ ਹੋ ਗਿਆ, ਕੰਮ ਕਰ ਹੱਥ ਪੈਰ ਕੰਮ ਨਹੀਂ ਕਰਦੇ, बिल्कुल निआसरा हो गया, ते उसनों आसरा देने वाला कौन है? उन्हों आसरा देने वाले साख सैन आ सके, संबंधी आ गए, ओदे दोस्त यार आ गए, ओदे हथ कंबदे ने, रोटी मूंह च नहीं पा सकता, मुख पियाओ बैठ को गया, उस दे बैठिया नूं खिलाण वास्ते अजिहा सिलसिला बन गया। ते ये बनाने वाला कौन है? परमात्मा है। इसे करके आखिर मैया के गुण के परानी कवन मूल पे कवन दिस्तान जिंतु साज सवाब सिगारिया गर्भ अगन में जिन्हें उगारे, गर्भ दी जठर अग्नि भी जिन्हें तेनू संभाल के रखा, तेरी प्रतिपालना गर्भ बार व्यवस्था तुझे प्यारे दूध बालक होया तू बिरद बिहा ऊपर साख सैन मुख प्याओ बैठ को देन ए निर्गुण तुम कुछ न पूछे। असी निर्गुण आए, हाँ असी कोई गुण नहीं जानते, परमात्मा दे जिन्ने पर उपकार ने बड़े एहसान करो। हमरे मस्तक दाग दगाना, हम कर्ज गुरु बोल सन। परमात्मा दे ते इतने साडे उत्ते परोपकार ने, उन्होंने असी याद भी नहीं करते, साडे सिर उत्ते बहुत भारा कर्जा है। इस करके पल 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 उस परमात्मा का शुक्र करिए, उस परमात्मा को बलिहार जाइए, उस परमात्मा का तो कुर्बान जाइए। हुण आम तौर पे असी समझते हाँ कि असी कम किया, असी मेहनत की, हाथ पैर परमात्मा ने शक्ति उन्हें आप दी, अकल दा राखा मत दा राखा ओ अकाल पुरख आप ते साडी केड़ी सियाणप सी, उन्हें ते सानू वडियाई देनी सी, साडे कोलों ये काम करवाना। पूरे वर्ल्ड दे अंदर ये गल की बन गई, अज साइंस दा युग है, विज्ञान दा युग है, ते मनुख बड़ा इस गल तो बड़ा बलिहार जाता है कि साइंस ने इन्ने सुख सुविधावां प्राप्त करा दी। साइंस ने कराई है, जरा ध्यान नाल देखो साइंस की करती है, वो काज एंड इफेक्ट दा रिलेशनशिप लभदी है। जदों काज ते इफेक्ट दा रिलेशनशिप पता लग जाता है, वो की करती है, काजेशन नूं मैनिपुलेट करती है। काजेशन नूं मैनिपुलेट करना टेक्नोलॉजी का काम है। ना तो उन्हें काज पैदा किया, ना उन्हें इफेक्ट पैदा किया, उन्हें केवल काजेशन नूं मैनिपुलेट किया। इहनूं इस तरह समझिए, कारण ते कारण, कारण हर कारण दा कोई ना कोई कारण है, हर इफेक्ट दा कोई ना कोई काजेशन है। ते जदों कारण करते वस है, बाणी तो यह कहती है कि जड़ा कारण है वह करते दे वस है। परमात्मा आप दोहां दा मालिक है, कारण ते करता उन्हें आप बनाया। हुण असीं आम तौर पर कहने जन्म होया, कारण आप बनाया परमात्मा ने। किसी की मौत आती है, कहता मौत खिंच के लै जाती है बंदे नूं उस स्थान पे, क्यों लैके जाती है कि परमात्मा ने कारण आप पैदा की। सो करण कारण समर्थ है भाई। हुण करण ते कारण परमात्मा ने बनाए ने, असी
ਮੈਨੂਪੂਲੇਟ ਕਰਨ ਵਾਲੇ ਮਾਲਕ ਬਣ ਗਏ। ਉਹ ਭਾਈ ਤੁਸੀਂ ਕੇਵਲ ਮੈਨੂਪੂਲੇਟ ਕੀਤਾ ਹੈ, ਨਾ ਤੁਸੀਂ ਕਾਜ਼ੇਸ਼ਨ ਪੈਦਾ ਕੀਤੀ ਹੈ, ਨਾ ਤੁਸੀਂ ਉਹਦਾ ਇਫੈਕਟ ਪੈਦਾ ਕੀਤਾ। ਇਹ ਤਾਂ ਪਰਮਾਤਮਾ ਵੱਲੋਂ ਬਣਾਇਆ ਹੋਇਆ ਸਿਲਸਿਲਾ ਹੈ। ਤੇ ਸਾਇੰਸ ਅੱਜ ਮਾਲਕ ਬਣ ਬੈਠੀ ਕਿ ਨੇਚਰ ਤੇ ਸਾਰੀ ਸਾਡੀ ਹੈ, ਅਸੀਂ ਹੀ ਨੇਚਰ ਨੂੰ ਕੰਟਰੋਲ ਕਰਨ ਵਾਲੇ ਹਾਂ। ਤੇ ਕੰਟਰੋਲ ਦਾ ਤੁਸੀਂ ਅੱਜ ਦੇਖ ਰਹੇ ਹੋ ਨਾ, ਉਹਦਾ ਤਰੀਕਾ ਵੇਖ ਰਹੇ ਹੋ ਨਾ, ਕਿ ਅਸੀਂ ਇੰਨਾ ਜ਼ਿਆਦਾ ਮੈਨੂਪੂਲੇਟ ਕੀਤਾ ਹੈ ਕਿ ਅਸੀਂ ਸਾਰਾ এনवायरमेंट ਖਰਾਬ ਕਰ ਲਿਆ। ਅਸੀਂ ਪਰਮਾਤਮਾ ਇੱਕ ਧਰਤੀ ਜਿਹੜੀ ਰਹਿਣ ਯੋਗ ਪਰਮਾਤਮਾ ਨੇ ਪਾਣੀ ਬਣਾਇਆ, ਅਸੀਂ ਪਾਣੀ ਨੂੰ ਪੋਲਿਊਟ ਕਰ ਦਿੱਤਾ। ਅਸੀਂ ਇਹ ਹਵਾ ਬਣਾਈ, ਹਵਾ ਨੂੰ ਪੋਲਿਊਟ ਕਰ ਦਿੱਤਾ। ਰਹਿਣ ਜੋ ਕੁਝ ਰਹਿਣ ਹੀ ਨਹੀਂ ਦਿੱਤਾ। ਤਾਂ ਜੰਗਲ ਬਣਾਏ ਸਨ ਸ਼ੁੱਧ ਹਵਾ ਵਾਸਤੇ, ਸਮੁੰਦਰ ਦੇ ਪਾਣੀ ਦੇ ਵਿੱਚ ਕਾਈ ਸੀ ਜਿਹੜੀ ਆਕਸੀਜਨ ਨਹੀਂ ਸਪਲਾਈ ਕਰਦੀ ਹੈ, ਉਹਨਾਂ ਸਾਰੇ ਨੂੰ ਅਸੀਂ ਪੋਲਿਊਟ ਕਰਕੇ ਖਤਮ ਕਰ ਦਿੱਤਾ। ਹੁਣ ਆਪ ਹੀ ਅਸੀਂ ਆਪਣੇ ਹਥਿਆਰੇ ਬਣ ਬੈਠੇ ਹਾਂ। ਇਹ ਕਿਉਂ ਕਿ ਮੈਨੂਪੂਲੇਟ ਕਰਨ ਵਾਲੇ ਅੱਜ ਮਾਲਕ ਬਣ, ਮਾਲਕ ਪਰਮਾਤਮਾ ਨੂੰ ਰਹਿਣਗੇ। ਡਰੋ ਉਸ ਤੋਂ ਕਿ ਉਹ ਪਰਮਾਤਮਾ ਤਾਂ ਹਰ ਥਾਂ ਮੌਜੂਦ ਹੈ। ਉਸੇ ਨੂੰ ਲੱਭਣਾ, ਉਸੇ ਨੂੰ ਢੂੰਡਣਾ, ਉਸੇ ਨੂੰ ਹੁਣ ਆਖਿਆ ਜਾਂਦਾ ਕਿ ਸਾਰਿਆਂ ਤੋਂ ਵੱਡੀ ਗੱਲ ਇਹ ਨਹੀਂ ਕਿ ਤੁਸੀਂ ਇਸ ਸਰੀਰ ਦੇ ਭੇਦ ਜਾਣਦੇ। ਸਭ ਤੋਂ ਵੱਡੀ ਜਿਹੜੀ ਗੱਲ ਹੈ, ਸਭ ਤੋਂ ਔਖੀ ਗੱਲ ਤਾਂ ਇਹ ਹੈ ਕਿ ਜ਼ਰੇ ਜ਼ਰੇ ਦੇ ਵਿੱਚ ਉਸ ਪਰਮਾਤਮਾ ਦੀ ਜੋਤ, ਉਸ ਪਰਮਾਤਮਾ ਦੀ ਸੱਤਿਆ ਨੂੰ ਲੱਭਣਾ ਸ਼ੁਰੂ ਕਰ ਦੇ। ਇਹ ਸਾਰਿਆਂ ਤੋਂ ਔਖਾ ਹੈ। ਇਸੇ ਲਈ ਬਾਣੀ ਦੇ ਵਿੱਚ ਜਿਹੜੀ ਗੱਲ ਆਖੀ ਗਈ ਹੈ, ਮੁਬਾਰਕ ਹੈ, ਅਰਦਾਸ ਵੀ ਕੀਤੀ ਗਈ ਹੈ, ਸਭੇ ਜੀ ਸੰਭਾਲ ਆਪਣੀ ਮਿਹਰ ਕਾਰਨ ਪਾਣੀ ਮੁਝ ਪਾਏ ਦੁੱਖ ਦਲੰਦ ਪੰਤਰ। ਅਰਦਾਸ ਸੁਣੀ ਦਤਾਰ ਹੋਈ ਸਿਸ ਹਰ लेवो कंठ लगाए अपदा सब हर नानक नाम पे आए प्रभ का सफल दाता। तू सारे जीवन की संभाल करने वाला, सारे जीवन की संभाल कर। सारे जी किवें पलदे ने, सभे जी संभाल अपनी मेहर कर अन्न पानी मुझ हो पाए। अन्न ते पानी तू बहुत पैदा कर, किधरे घाट ना आओ। साडी ते यही सियाणप है ना, एनवायरमेंट ਨੂੰ ਖਰਾਬ ਕਰ ਲਿਆ, ਕਣਕ ਸੜ ਗਈ, ਇੱਕਦਮ ਪ੍ਰੋਡਕਸ਼ਨ ਥੱਲੇ ਚਲੀ ਗਈ, ਕਦੇ ਵੀਟ ਨੂੰ ਐਕਸਪੋਰਟ ਕਰ ਦਿੱਤਾ, ਕਦੀ ਹੁਣ ਬੈਨ ਕਰ ਦਿਓ। ਕਿਉਂ? ਹਿੰਦੁਸਤਾਨੀ ਨੂੰ ਭੁੱਖੇ ਮਰ ਜਾਣਗੇ। ਗੱਲ ਤਾਂ ਇੱਥੇ ਹੈ। परमात्मा अगे अरदास करिए, परमात्मा तो डरिए कि इस जर्रे जर्रे विच परमात्मा है। इस जर्रे जर्रे दे विच है कौन पावक अमूला ओ है, पैदा उसने कीता है। ते असी इसनूं पलीत ना करिए, इसनूं खराब ना करिए। इस सरगुण स्वरूप परमात्मा दे इस स्वरूप नूं जान करके इसकी संभाल, इसके प्रति अपनी इज्जत मान के रखिए, ਇਹਦਾ ਆਦਰ ਤੇ ਸਤਿਕਾਰ ਕਰੀਏ, ਲੋੜ ਅਨੁਸਾਰ ਹੀ ਇਹਦੀ ਵਰਤੋਂ ਕਰੀਏ। ਅਨ ਪਾਣੀ ਮੁਝ ਉਪਾਏ ਦੁੱਖ ਦਲੰਦ ਭੰਨ ਪਰ। ਦੁੱਖ ਤੇ ਦਲਿੱਦਰ ਇਸ ਸੰਸਾਰ ਦੇ ਵਿੱਚੋਂ ਦਾਤਾ ਤੂੰ ਖਤਮ ਕਰ, ਦੁੱਖ ਦਲੰਦ ਭੰਨ ਕਰ। ਅਰਦਾਸ ਸੁਣੀ ਦਤਾਰ ਹੋਈ ਸਿਸ਼ਟਾ। ਤੇ ਮਨੁੱਖ ਜਦੋਂ ਅਰਦਾਸ ਦੀ ਜਨ ਜਦੋਂ ਅਰਦਾਸ ਕਰਦੇ ਨੇ ਤੇ ਤਾਂ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਖੜੀ ਰਹਿੰਦੀ ਹੈ, ਉਹ ਟਿਕ ਜਾਂਦੀ ਹੈ, ਉਹ ਬੈਲੈਂਸ ਵਿੱਚ ਹੋ ਜਾਂਦੀ ਹੈ। ਸਾਡੀ ਦ੍ਰਿਸ਼ਟੀ ਵਿੱਚ ਬੈਲੈਂਸ ਹੋਵੇ, ਸਾਨੂੰ ਇਹ ਪਤਾ ਹੋਵੇ ਕਿ ਜ਼ਰਰੇ ਜ਼ਰਰੇ ਵਿੱਚ ਉਹ ਪਰਮਾਤਮਾ, ਅਸੀਂ ਵਿਗਾੜ ਕਰਨ ਵਾਲੇ, ਅਸੀਂ ਮੈਨੂਪੂਲੇਟ ਕਰਨ ਵਾਲੇ ਕੌਣ ਹਾਂ? ਪਰਮਾਤਮਾ ਆਪ ਹੈ ਜਿਨੇ ਇਹ ਕਰਨ ਤੇ ਕਾਰਨ ਪੈਦਾ ਕੀਤਾ ਹੈ। ਤੇ ਉਸ ਪਰਮਾਤਮਾ को बलिहार चाहिए, कुर्बान जाइए। ਤੇ ਜਿਹੜਾ ਕੁਰਬਾਨ ਜਾਏਗਾ ਉਹ ਇਹਨੂੰ ਵੇਸਟ ਨਹੀਂ ਕਰੇਗਾ, ਇਹਨਾਂ ਕੁਦਰਤੀ ਦਾਤਾਂ ਨੂੰ ਵੇਸਟ ਨਹੀਂ ਕਰੇਗਾ। ਉਹ ਤਾਂ ਕਹੇਗਾ ਜੈ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾकुर को रखना है। जय प्रसाद बसै सुख मंदर, तिसे ध्याए सदा मन अंदर। जय प्रसाद गिरै संग सुख बैठना, आठ पहर सिमरो तिस रखना। जय प्रसाद तेरा सुंदर रूप
उस परमात्मा नूं, उस अनूप परमात्मा नूं हमेशा हमेशा अपने हिस्से दे विच। पूरी सुखमणी साहिब जी तां अष्टपदी जय प्रसाद दे भाव जिस दी किरपा सदका तू इन्नियां अमोलक दातां कि एक दात नूं तू बना सकदा है? नहीं, उस परमात्मा ਦੀਆਂ ਸ਼ਕਤੀਆਂ ਤੋਂ ਡਰ ਤੇ ਇਸ ਨਿਰਮਲ ਭੋ ਦੇ ਵਿੱਚ ਜੀਏਗਾ ਤਾਂ ਤੇਰੇ ਅੰਦਰ ਉਸ ਇਹ ਸਾਰੀ ਸ੍ਰਿਸ਼ਟੀ ਵੀ ਜਿਹੜੀ ਹੈ ਉਹ ਤੇਰੀ ਸਹਾਇਕ ਹੋ ਜਾ, ਕਿਉਂਕਿ ਮਨੁੱਖ ਦੇ ਅੰਦਰ ਇਸ ਸਥੂਲ ਸਰੀਰ ਦੇ ਅੰਦਰ ਜਦੋਂ ਮਨੁੱਖ ਸੂਖਮ ਮਨ ਤੇ ਸੂਖਮ ਮਨ ਦੇ ਉੱਤੇ ਜਦੋਂ ਸੂਖਮ ਬਾਣੀ ਸ਼ਬਦ ਦੀ ਜਦੋਂ ਪਥੋੜੇ ਬਣਦੇ ਨੇ, ਜਤ ਪਹਾੜਾ ਤੀਰਥ ਸੁਨਿਆਰ ਐਰਨ ਮਤ ਵੇਦ ਹਥਿਆਰ ਉਹ ਖਲਾ ਅਗੰਤ ਪਾਓ ਭਾਂਡਾ ਪਾਓ ਅੰਮ੍ਰਿਤ ਪਿਤਾ। ਫਿਰ ਅੰਮ੍ਰਿਤ ਜਿਹੜਾ ਇਸ ਅੰਦਰ ਪੈਦਾ, ਉਹ ਅੰਮ੍ਰਿਤ ਜਿਹੜਾ ਤੈਨੂੰ ਅਮਰ ਕਰ, ਉਹ ਅਵਚਲੀ ਜੋ ਜਿਹੜੇ ਸਰੀਰ ਵਿੱਚ ਰੁਮਕ ਰਹੀ ਹੈ ਉਹਦੇ ਨਾਲ ਤੇਰਾ ਰਿਸ਼ਤਾ ਜੁੜ ਜਾਂਦਾ ਹੈ ਉਹ ਅੰਦਰ। ਪਰ ਅਸੀਂ ਚੁੱਪ ਬੈਠੇ, ਅਸੀਂ ਉਸ ਤੋਂ ਅਵੇਸਲੇ ਹਾਂ, ਉਹਦੇ ਪ੍ਰਤੀ ਜਾਗਰਤ ਹੋਣ ਦੀ ਲੋੜ ਹੈ, ਉਸ ਨੂੰ ਮਨ ਵਿੱਚ ਜਗਾਉਣ ਦੀ ਲੋੜ ਹੈ। ਤੇ ਜਦੋਂ ਇਸ ਨੂੰ ਮਨ ਵਿੱਚ ਜਗਾ ਲਾਂਗੇ ਤਾਂ ਇਹ ਬਾਣੀ ਆਪਣੀ ਜਿਹੜੀ ਕਰਾਮਾਤ ਹੈ, ਸਾਹ ਕਰਾਮਾਤ ਹੈ, ਅਚਿਤ ਕਰੇ ਉਹ ਦਾਤ ਪਰਮਾਤਮਾ ਸਾਡੀ ਝੋਲੀ ਵਿੱਚ ਪਾ ਦੇਵੇ। ਸਾਡੇ ਅੰਦਰ ਇਹ ਜਿਹੜਾ ਅੰਦਰ ਉਹ ਜਿਹੜੀ ਅਵਚਲੀ ਜੋਤ ਹੈ, ਉਹ ਜਿਹੜੀ ਪਰਮਾਤਮਾ ਦੀ ਜੋਤ ਹੈ ਪ੍ਰਗਟ ਹੋ ਹੈ ਕਿ ਅੰਦਰ ਸਾਡੀ ਹੋਮੈ ਦੀ ਦੀਵਾਰ ਹੈ ਜਿਹੜੀ ਉਸ ਨੂੰ ਵੇਖਣ ਨੂੰ ਦੇ। ਇੱਥੇ ਮਨੁੱਖ ਮੈਂ ਹੀ ਮੈਂ ਦੀ ਗੱਲ ਕਰਦਾ ਹੈ, ਮੈਂ ਕੀਤਾ ਮੇਰੇ ਕਰਕੇ ਇਹ ਹੋਇਆ। ਪਰ ਜਦੋਂ ਮਨੁੱਖ ਬਾਣੀ ਨੂੰ ਪੜ੍ਹਦਾ ਹੈ, ਬਾਣੀ ਨੂੰ ਖਾਂਦਾ ਹੈ, ਬਾਣੀ ਨੂੰ ਵਿਚਾਰਦਾ ਹੈ, ਬਾਣੀ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਤਾਂ ਉਸ ਦਾ ਰਿਸ਼ਤਾ ਸੂਖਮ ਸ਼ਬਦ ਦੇ ਨਾਲ ਜੁੜਦਾ ਹੈ। ਸ਼ਬਦ ਉਹ ਅਵਚਲੀ ਜੋ ਜਿਸ ਥਾਂ ਤੋਂ ਇਹ ਸ਼ਬਦ ਆਇਆ ਗੁਰੂ ਨੇ ਇਸ ਸੰਸਾਰ ਵਿੱਚ ਪ੍ਰਗਟ ਕੀਤਾ, ਕਿੰਨਾ ਵੱਡਾ ਪਰਉਪਕਾਰ ਕੀਤਾ ਕਿ ਉਹ ਪਰਮਾਤਮਾ, ਉਹ ਪਰਮੇਸ਼ਵਰ ਜਿਸ ਨੇ ਅਪਾਰ ਕਿਰਪਾ ਕਰਕੇ ਇਸ ਸੰਸਾਰ ਦੇ ਵਿੱਚ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹੱਥ ਲਾਇਨ, ਉਹ ਹਰੀ ਦੇ ਨਾਲ ਮਿਲਾਪ ਕਰਾਉਣ ਵਾਲਾ ਉਹ ਗੁਰੂ ਆਪ ਹੈ, ਸਮਰੱਥ ਹੈ, ਜਿਨੇ ਕਿ ਗੁਰੂ ਆਪ ਸੂਖਮ ਸ਼ਬਦ ਦੀ ਹੀ ਮੁਜਸਮਾ ਤੇ ਅੱਜ ਸ਼ਬਦਾ ਅਵਤਾਰ ਗੁਰੂ ਗ੍ਰੰਥ, ਗੁਰੂ ਦੀ ਜੋਤ ਇਸ ਵਿੱਚ ਸਮਾਈ ਹੋਈ ਹੈ। ਤੇ ਇਸ ਗੁਰੂ ਜੋਤ ਦੇ ਦਰਸ਼ਨ ਅਸੀਂ ਬਾਣੀ ਪੜ੍ਹ ਕੇ, ਵਿਚਾਰ ਕੇ, ਗਾ ਕੇ ਮਨ ਵਿੱਚ ਵਸਾ ਕੇ ਕਰ ਸਕਦੇ। ਤੇ ਗੁਰੂ ਤੋਂ ਇਹ ਦਾਤ ਮੰਗੀਏ, ਦਾਤਾ ਇਸ ਮਨ ਨੂੰ ਸਮਝਾ, ਇਸ ਮਨ ਨੂੰ ਆਪਣੇ ਨਾਲ ਜੋੜ ਹੈ। ਕਿਉਂ ਅਸੀਂ ਨਹੀਂ ਵੇਖਦੇ, ਅਸੀਂ ਤੇ ਵੇਖਦੇ ਹਾਂ ਮੈਂ ਹੀ ਮੈਂ ਹਾਂ। ਪਰ ਪਾਤਸ਼ਾਹ ਦਾ ਬੜਾ ਸੁਖੱਲਾ ਰਾਹ ਦੱਸਦੇ ਨੇ, ਉਹ ਕਹਿੰਦੇ ਨੇ ਆਤਮ ਆਤਮ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਕਰੇ। ਸਾਡੀ ਜਿਹੜੀ ਸੁਰਤ ਹੈ ਉਹ ਸਿਰਗੁਣ ਸਰਗੁਣ ਤੇ ਨਿਰਗੁਣ ਦਾ ਵਖਰੇਵਾ ਬਣਾਈ ਰੱਖਦੀ ਹੈ ਕਿ ਇਹ ਜਿਸ ਦਾ ਸੰਸਾਰ ਹੀ ਦਾ ਸਭ ਕੁਝ ਹੈ, ਇਸ ਦੇ ਪਿੱਛੇ ਜਿਹੜੀ ਰੁਮਕ ਰਹੀ ਜੋਤ ਹੈ ਉਹਨੂੰ ਪਛਾਣ ਨਹੀਂ। ਪਰ ਗੱਲ ਤਾਂ ਇਹ ਦੁਬਦਾ ਦੂਰ ਕਰ ਵਿਵੇਕ ਬੁੱਧ ਤੋਂ ਭਾਵ ਹੀ ਇਹ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਕੀ ਅੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁੱਟ ਗਿਓ, ਅਦਕ ਅਹੰ ਬਦਵਾਦੇ, ਪਿਆਰੇ ਇਨ ਵੇਦ ਮਿਲਨ ਮਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਾਮੀ ਕੇ ਪਿਆਰੇ, ਦੀਜੈ ਬੁੱਧ ਬਵੇ ਵਿਵੇਕ ਬੁੱਧ ਤੋਂ ਕੀਤਾ। ਅਸੀਂ ਪਾਠ ਵੀ ਕਰ ਲਏ, ਵੇਦ ਵਿਚਾਰ ਵੀ ਪੜ੍ਹ ਲਏ, ਕਈ ਤਰ੍ਹਾਂ ਦੇ ਕਰਮ ਕਰ ਲਏ, ਨਿਵਲ ਤੋਂ ਅਗਮ ਸਾਧੇ,
पंच जनों से संग ना छुटके अगत अहम बदता। पंच जनां दा संग दे छुटकिया नहीं, पर हंकार आ गया कि मैं बड़े पाठ किए, मैं इन्ने भोग पा ले, मैं इन्ने सुखमनी साहब के पाठ कर ले, मैं चिलिया कट लिया, मैं गुरुद्वारे हो आया, मैं तीर्थ यात्रा चला गया, तीर्थ यात्रा पा दी, पर अदक अहम बदता। इस नाल दा मेरा होर हंकार वध गया, अदक अहम बद गया। दे प्यारे इन बिद मिलन मिटाई टीका ए नहीं मिलन दा, हार परियो स्वामी के द्वारे दीजे बुद्ध बदेता। हे दाता मैनू विवेक बुद्धि बख्शिश करो। विवेक तो की भाव है, बिब एक, ਜਿਹੜੀ ਮੇਰੀ ਇਹ ਵੱਖਰੀ ਵੱਖਰੀ ਬੁੱਧੀ ਹੈ, ਜਿਹੜੀ ਤੈਨੂੰ ਨਹੀਂ ਪਛਾਣਦੀ, ਸੂਖਮ ਦੇ ਸੂ ਵੱਖਰਾ ਵੱਖਰਾ ਸਮਝਦੀ ਹੈ, ਇਸ ਬਿਬ ਨੂੰ ਏਕ ਕਰ। ਤੇ ਦੂਜਾ ਭਾਵ ਇਹ ਵੀ ਲਿਆ ਜਾਂਦਾ ਹੈ, ਵਿਵੇਕ ਵਿਤਰੇਕ, ਸਾਡੇ ਬੁੱਧੀ ਦੇ ਅੰਦਰ ਸੱਚ ਨੂੰ ਪਛਾਣਨ ਦੀ ਜਿਹੜੀ ਸਮਰੱਥ ਹੈ। ਜਿਵੇਂ ਹੰਸ ਜਿਹੜਾ ਦੁੱਧ ਦੇ ਵਿੱਚ ਆਪਣੀ ਚੁੰਝ ਪਾਉਂਦਾ ਹੈ, ਦੁੱਧ ਤੇ ਪਾਣੀ ਨੂੰ ਵੱਖਰਾ ਕਰਦਾ ਹੈ, ਤਿਵੇਂ ਮੈਨੂੰ ਅਜਿਹੀ ਬੁੱਧੀ ਬਖਸ਼ੋ, ਮੈਂ ਸੱਚ ਤੇ ਝੂਠ ਦਾ ਨਿਸਤਾਰਾ ਕਰ ਸਕਾਂ। ਮੇਰੇ ਅੰਦਰ ਅਜਿਹੀ ਸ਼ਕਤੀ ਆ ਜਾਏ, ਮੇਰੀ ਬੁੱਧ ਇੰਨੀ ਪ੍ਰਬਲ ਹੋ ਜਾਏ, ਇੰਨੀ ਤੇਜ਼ ਪ੍ਰਖਰ ਹੋ ਜਾਏ ਕਿ ਮੇਰੇ ਅੰਦਰੋਂ ਇਹ ਦੁਬਦਾ ਮਿਟ ਜਾਏ। ਇਹ ਸਰਗੁਣ ਤੇ ਨਿਰਗੁਣ ਦੀ ਕੋਈ ਦੁਬਦਾ ਨਹੀਂ ਹੈ, ਇਹ ਵਾਪਸ ਵਿੱਚ ਵੱਖਰੇ ਨਹੀਂ। ਜਿਵੇਂ ਕਿ ਹਿੰਦੀ ਸਾਹਿਤ ਦੇ ਅੰਦਰ ਆਖ ਦਿੱਤਾ ਗਿਆ, ਨਿਰਗੁਣ ਧਾਰਾ ਵੱਖਰੀ ਹੈ, ਸਰਗੁਣ ਧਾਰਾ ਵੱਖਰੀ ਹੈ। ਸਰਗੁਣ ਧਾਰਾ ਉਹ ਹੈ ਜਿਹੜੀ ਕਿ ਤੁਲਸੀ ਦਾਸ ਤੇ ਮੀਰਾ ਬਾਈ ਰਿਪਰੈਜ਼ੈਂਟ ਕਰਦੇ ਨੇ, ਤੇ ਨਿਰਗੁਣ ਧਾਰਾ ਉਹ ਹੈ ਜਿਹੜੇ ਕਬੀਰ ਸਾਹਿਬ ਕਰਦੇ ਨੇ। ਭਗਤ ਕਬੀਰ ਜੀ ਦਾ ਕਹਿ ਦਿੰਦੇ ਨੇ, राम कहन में भेद है, या मैं एक विचार सोई, राम सबे कह सोई को भाव। तुलसी कृत राम ते कबीर साहब दे राम विच फर्क है। कबीर साहब पानी विच पै रहे, राम कहन विच भेद है। एक राम वो है जिहड़ा कोतक खार है, जिहदी तुसीं रामलीला कर लैंदे हो ते समझदे हो कि असीं रामचंद्र जी की उपासना कर ली, पर नहीं, वो राम है जिहड़ा घट घट विच जिहड़ा घट घट विच रमिया होया। गल तां इह है कि रामचंद्र जी तो पहला भी तो राम सी। भगत प्रहलाद जिहड़े ने सतगुरु विच होए, ਜਿਹੜਾ ਕਿ ਤ੍ਰੇਤੇ ਯੁੱਗ ਤੋਂ ਪਹਿਲਾਂ ਦਾ ਹੈ, ਤੇ ਉਹਨਾਂ ਨੇ ਕਿਹੜਾ ਰਾਮ ਜਪਿਆ ਸੀ? ਰਾਮ ਸ਼ਬਦ ਤਾਂ ਪਹਿਲਾਂ ਵੀ ਸੀ। ਤੇ ਰਾਮਚੰਦਰ ਨੂੰ ਜਦੋਂ ਬਨਵਾਸ ਹੋ ਜਾਂਦਾ ਹੈ, ਸੀਤਾ ਰਾਵਣ ਲੈ ਜਾਂਦਾ ਹੈ, ਸੀਤਾ ਲక్ష్మణ ਵਿਛੜ ਜਾਂਦੇ ਨੇ, ਤਾਂ ਉਸ ਵੇਲੇ ਵੀ ਰਾਮਚੰਦਰ ਜੀ ਬੜਾ ਵਿਰਲਾਪ ਕਰਦੇ, ਕਹਿੰਦੇ ਨੇ, ਹੇ ਦਰਖਤ ਕੇ ਪੱਤੋ ਬਤਾਓ मेरी सीता कहाँ, हे मृग बताओ मेरी सीता कहाँ। ते सारियां दा नाम लैके फिर लास्ट में कहंदे, हे राम बताओ मेरी सीता कहाँ है। हुण रामचंद्र जी ने जिस राम की उपासना की कि तुसी उस राम की उपासना करोगे कि उस राम की करोगे जिहड़ा तुलसी कृत है। गल तां इत्थे ही है, भगत कबीर जी ने इहदा निर्णय कर दिता कि राम कहन में भेद है। हुण इत्थे इसे भेद नूं समझण दी लोड़ है। सरगुण ते निर्गुण स्वरूप दे परमात्मा विच कोई भेद नहीं, ये तां निरंतर ईश्वरवाद है। ये वो परमात्मा है जिस बारे वैसटर्न फिलॉसफी जिहड़ी पनेथिज्म की गल करदी है, जो कि मोनोथिज्म तो भी अगे की गल है। ते गल उस परमात्मा ਨੂੰ ਪਛਾਣਨ ਦੀ, ਉਸ परमात्मा ਨੂੰ ਸਮਝਣ ਦੀ, ਉਸ परमात्मा ਦੇ ਰੂਪਾਂ ਨੂੰ ਵੱਖਰਾ ਵੱਖਰਾ ਨਾ ਸਮਝ ਕੇ, ਵਿਕੋਲਿਤਰਾ ਨਾ ਸਮਝ ਕੇ, ਇਹ ਸਾਰੇ ਹੀ ਉਸ ਦੇ ਰੂਪ ਨੇ। ਇਸੇ ਕਰਕੇ ਗੁਰਬਾਣੀ ਦੇ ਅੰਦਰ ਉਪਾਸਨਾ ਕੇਵਲ ਤੇ ਕੇਵਲ ਉਸ ਦੇ ਨਿਰਗੁਣ ਸਰੂਪ ਦੀ ਹੈ, ਉਸ ਨਿਰੰਕਾਰ ਦੀ ਹੈ, ਜਿਹਦਾ ਸੱਚਖੰਡ ਵਿੱਚ ਵਾਸ ਹੈ, ਜਿਹੜਾ ਸੁਨ ਸਮਾਤ ਵਿੱਚ तो असी परमात्मा को जाचना करें कि
याचक नाम याचे याचना इसको ही है कि मैंने नाम की है उस परमात्मा की ਉਹ ਪਰਮਾਤਮਾ ਜਿਹੜਾ ਉਸ ਨਾਮ ਵਿੱਚ ਤੇ ਨਾਮ ਜਪਦਿਆਂ ਜਪਦਿਆਂ ਉਸ ਨਾਮ ਵਿੱਚ ਅਪੇਦ ਹੋਇਆ ਜਾ ਸਕਦਾ ਤੇ ਅਸੀਂ ਉਸ ਪਰਮਾਤਮਾ ਅਪੇਦ ਹੋਣ ਦਾ ਜਿਹੜਾ ਤਰੀਕਾ ਸਾਨੂੰ ਗੁਰਬਾਣੀ ਇਕੱਲੇ ਤਰੀਕੇ ਨਾਲ ਦੱਸਦੀ ਹੈ ਤਾਂ ਉਸ ਪਰਮਾਤਮਾ ਤੋਂ ਜਲਦੀ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਹਰ ਵਕਤ ਗੁਰੂ ਜੋਤ ਇਸ ਸੰਸਾਰ ਪ੍ਰਗਟ ਕੀਤੀ ਗੁਰੂ ਜੋਤ ਨੇ ਸ਼ਬਦ ਨੂੰ ਪ੍ਰਗਟ ਕੀਤਾ ਤੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਸਾਡੀ ਰਹਿਨੁਮਾਈ ਜੁਗਾ ਜੁਗਾਂ ਦੀ ਹੁੰਦੀ ਰਹੇਗੀ ਹੋ ਰਹੀ ਹੈ ਹੁੰਦੀ ਰਹੀ ਹੈ ਆਓ ਬਾਰ ਬਾਰ ਨਮਸਕਾਰ ਕਰਨਾ ਕਿ ਤੇਰੀ ਹੈ ਉਸ ਸਾਨੂੰ ਆਏ ਲਾਇਆ ਸਾਨੂੰ ਸਿੱਧੇ ਧੰਨਵਾਦ ਸਰ ਜੀ। ਬਹੁਤ ਬਹੁਤ ਧੰਨਵਾਦ परमात्मा का निर्गुण स्वरूप ते सरगुण स्वरूप बारे आप जी ने बहुत खूबसूरती नाल गुरु ग्रंथ साहब दे पूरे बिरतांत दे के समझाया जेड़ा गुरु ग्रंथ साहब दा ब्रह्म है उस तो ही जेड़ा एक नवा ब्रह्म प्रगट होया यानी निर्गुण ब्रह्म तो सरगुण ब्रह्म प्रगट होया और उस ब्रह्म विचों जदों सरगुण ब्रह्म ही लीन हो गया और उसे ब्रह्म विचों जदों ये ब्रह्म सरगुण वाला जेड़ा निकल जाता है भाव जगत बन जाता है तां उस दे पिछे जेड़ा बचदा है वो भी ब्रह्म है। तो इंग्लिश विच बड़ी खूबसूरती नाल कहा गया है द क्रिएटर हैज क्रिएटेड दिस क्रिएशन आउट ऑफ हिमसेल्फ फॉर हिमसेल्फ और कितनी खूबसूरत गुरबाणी दे विच इस नूं होर बड़ा स्पष्ट कीता है को कह तो सब बाहर बाहर को कह तो सब मई है न दीसे चेन न लखिए ये हुण निर्गुण लिख कह रहे सुहागन साथ बुझाइए सरब निवासी घट घट वासी ये हुण सरगुण की गल कर रहे हैं लेप नहीं अल्पईयो नानक कहत सुनो रे लोगा संत रसन को बसी संतां दी ज़बान दे उत्ते वो परमात्मा वसदा है। तो इसलिए मैनू लगता है कि सानू निश्चय कराउण ते मनुख दी जिंदगी दा हिस्सा बन के वार वार रात दिन ते स्वास स्वास सानू गुरु नानक साहब ने गुरु ग्रंथ साहब सानू प्रेर रहे ने कि हर एक सिमर प्यारे। तो कितनी दृढ़ता नाल एक ताकीद कीती है सानू कि सो जीव जीव्या जिस मन वसया सोए नानक अवर न जीवे कोई यार रात साहब रोज पढ़दे आखा जीवा विसरे मर जाओ। तो ये परमात्मा का एहसास है तो जीना है जे नहीं है तो फिर वो मरण वर्गा ही है। तो इसलिए मैनू लगता है कि जिहड़ा अज दा सबजैक्ट असीं कीता है क्योंकि ये सबजैक्ट रखण दा ये विषय रखण दा मतलब ही यही सी कि असीं गुरु ग्रंथ साहब दे रब नूं समझिए कि गुरु ग्रंथ साहब किहड़े परमात्मा की गल करते हैं। देखो इस जगत नूं वेखण दे दो दृष्टिकोण ने एक पदार्थवादी है मैटरलिज्म है ते दूसरा रूहानियत स्पिरिचुअल। और इस जगत विच मनुख ने किवें विचरना है रूहानियत दी मंजिल तक दा सफर शुरू किवें करना है उस तक पहुंचना किवें है और इस जगत विच किस तरह अपनी जिंदगी जिहड़ी है एक चंगी जीवन जाच नाल बतीत करनी है वो गुरु नानक साहब ने जप बाणी दे विच बड़ी खूबसूरती नाल सानू समझाया। देखो तीन गल्लां होंदियां ने एक स्रोत हुंदा एक साधन ते एक प्राप्ति हुंदी है। धार्मिक जीवन दे तीन पक्ष ने तीन थंम ने ब्रह्म जगत ते जीव। तो इन्हां दोनों हालातां विच कह लईए जीव जगत ते ब्रह्म इन्हां दोनों हालातां दे विच जगत जिहड़ा है वो सेंटर विच आ रहा है जिन्होंने गुरु नानक साहब ने धर्मसाल कहा है कि ये जगत जिहड़ा है ये धर्म कमान दी जगह है ये सच दी जगह है ये चंगी जीवन जाच नाल रहन दी जगह है। तो इसलिए सानू सब नूं इस खूबसूरत दुनिया नूं होर खूबसूरत बनाने लई उपराले करने चाहिए ने क्योंकि जिंदगी लोकां दे मनां दीयां डुंगाइयां विच जाके उन्हां दी गंदगी वेखण दा नाम नहीं सगों परमात्मा राहीं सिरजे सुहप्पन नूं वेखण दा कि उस नूं मानण दा जिहड़ा है वो एक मकसद है। गुरु महाराज कृपा करे तो ये अज दा साडा विशा
ਇੱਥੇ ਹੀ ਖਤਮ ਹੁੰਦਾ ਹੈ। ਨਿਰਗੁਣ ਤੇ ਸਰਗੁਣ ਨੂੰ ਜਦੋਂ ਅਸੀਂ ਸਮਝਦੇ ਹਾਂ ਤੇ ਅਕਾਲ ਤੇ ਕਾਲ ਵੀ ਇਹੀ ਹੈ। ਜਿਹੜਾ ਨਿਰਗੁਣ ਹੈ ਉਹ ਅਕਾਲ ਹੈ, ਉਹ ਜਿਹੜਾ ਸਰਗੁਣ ਹੈ ਉਹ ਕਾਲ ਹੈ। ਤੋ ਇਸ ਲਈ ਅੱਜ ਦਾ ਇਹ ਵਿਸ਼ਾ ਇੱਥੇ ਹੀ ਖਤਮ ਹੁੰਦਾ ਜੀ। ਅਗਲੇ ਸ਼ਨੀਚਰਵਾਰ 8 ਵਜੇ ਅਸੀਂ ਨਵੇਂ ਵਿਸ਼ੇ ਨਾਲ ਆਪ ਦੇ ਸਾਹਮਣੇ ਫਿਰ ਆਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ